ਅੱਜ ਦੀ ਕਲਾਸ ਲਗਾਉਣ ਤੋਂ ਬਾਅਦ ਇਹ ਔਖੇ ਦਿਸਣ ਵਾਲੇ ਇਹ ਸਾਰੇ ਕੁਐਸਚਨ ਜੋ ਪਹਿਲਾਂ ਪ੍ਰੀਵੀਅਸ ਈਅਰ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਤਾਂ ਇਹ ਸਾਰੇ ਕੁਐਸਚਨ ਤੁਹਾਡੇ ਹੱਲ ਹੋਣਗੇ ਜੀ ਜਦੋਂ ਤੁਸੀਂ ਨੇ ਅੱਜ ਦੀ ਕਲਾਸ ਲਗਾ ਲਈ। ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਦੋਸਤੋ ਕਰਾਂਗੇ ਸਾਈਕੋਲੋਜੀ ਨੂੰ ਬਿਲਕੁਲ ਸਟਾਰਟ ਤੋਂ ਸ਼ੁਰੂ ਤੋਂ ਸਮਝਾਂਗੇ ਵੀ ਸਾਈਕੋਲੋਜੀ ਕਿਸ ਤਰ੍ਹਾਂ ਬਣੀ, ਕੀ ਅਰਥ ਹੈ, ਕਿਹੜੀਆਂ ਇਸ ਦੇ ਅੱਗੇ ਸ਼ਾਖਾਵਾਂ ਬਣੀਆਂ ਹੋਈਆਂ ਨੇ। ਇਸ ਤੋਂ ਬਿਨਾਂ ਇਹ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਆ ਕੇ ਇਹ ਮਤਲਬ ਆਪਣੀ ਐਜੂਕੇਸ਼ਨ ਦੇ ਨਾਲ ਜੁੜੀ, ਕਿਸ ਤਰ੍ਹਾਂ ਇਹ ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ ਬਣੀ। ਤਾਂ ਦੋਸਤੋ ਇਹ ਚੀਜ਼ ਨੂੰ ਸਮਝਾਂਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਫਿਲੋਸਫੀ ਇੱਕ ਆਪਣੇ ਆਪ ਵਿੱਚ ਸਾਇੰਸ ਸੀ ਦੋਸਤੋ। ਉਸ ਤੋਂ ਬਾਅਦ ਕੀ ਹੋਇਆ ਕਿ 16ਵੀਂ ਸਦੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਅਲੱਗ ਹੋ ਗਈ ਫਿਲੋਸਫੀ ਤੋਂ, ਅਤੇ ਆਪਣੇ ਆਪ ਵਿੱਚ ਆ ਕੇ ਇਹ ਇੱਕ ਸਾਇੰਸ ਬਣ ਗਈ ਜਿਹਨੂੰ ਅਸੀਂ ਨਾਮ ਦੇ ਦਿੱਤਾ ਸਾਈਕੋਲੋਜੀ ਦਾ। ਅਤੇ ਸਾਈਕੋਲੋਜੀ ਕੀ ਹੈ, ਇਸ ਦੇ ਜਿਹੜੇ ਮੀਨਿੰਗ ਨੇ ਉਹ ਅਲੱਗ-ਅਲੱਗ ਟਾਈਮ ਦੇ ਅਕੋਰਡਿੰਗ ਚੇਂਜ ਹੁੰਦੇ ਚਲੇ ਗਏ ਦੋਸਤੋ। ਪਹਿਲਾਂ ਜੇਕਰ ਆਪਾਂ ਗੱਲ ਕਰੀਏ ਇਸ ਦਾ ਇੱਕ ਸ਼ਬਦਿਕ ਅਰਥ ਕੀ ਹੋ ਸਕਦਾ ਹੈ, ਤਾਂ ਸਾਈਕੋਲੋਜੀ ਜਿਹੜਾ ਸ਼ਬਦ ਹੈ ਦੋਸਤੋ ਇਹ ਦੋ ਸ਼ਬਦਾਂ ਤੋਂ ਬਣਿਆ ਹੈ, ਸਾਈਕੀ ਪਲੱਸ ਲੋਗਸ ਤੋਂ। ਗ੍ਰੀਕ ਭਾਸ਼ਾ ਦੇ ਸ਼ਬਦ ਸੀ ਅਤੇ ਸਾਈਕੀ ਜਿਹੜਾ ਇਹ ਆਪਣੇ ਕੋਲ ਅੱਗੇ ਇਹ ਸ਼ਬਦ ਦੇਖੋ, ਇਹਦਾ ਅਰਥ ਚੇਂਜ ਹੁੰਦਾ ਚਲਾ ਗਿਆ। ਮਤਲਬ ਜਦੋਂ ਇਹ ਸ਼ਬਦ ਹੋਂਦ ਦੇ ਵਿੱਚ ਆਇਆ ਸੀ, ਇਸ ਦਾ ਅਰਥ ਆਪਾਂ ਲੈ ਸਕਦੇ ਸੀ ਆਤਮਾ, ਯਾਨੀ ਕਿ ਸੋਲ। ਤਾਂ ਸ਼ੁਰੂ ਦੇ ਵਿੱਚ ਇਸ ਨੂੰ ਕੀ ਕਿਹਾ ਗਿਆ ਕਿ ਇਹ ਕੀ ਹੈ, ਸਟੱਡੀ ਆਫ ਸੋਲ, ਜਾਂ ਕਹਿ ਲਓ ਸਾਇੰਸ ਆਫ ਸੋਲ ਕਿਹਾ ਗਿਆ। ਅਤੇ ਲੋਗਸ ਦਾ ਅਰਥ ਹੁੰਦਾ ਦੋਸਤੋ ਅਧਿਐਨ ਕਰਨਾ, ਸਟੱਡੀ ਕਰਨੀ, ਠੀਕ ਹੈ, ਇਸ ਬਾਰੇ ਜਾਣਨਾ। ਤਾਂ ਇਸ ਤਰੀਕੇ ਨਾਲ ਸਾਈਕੀ ਪਲੱਸ ਲੋਗਸ ਇਸ ਤੋਂ ਬਣਿਆ ਸਾਈਕੋਲੋਜੀ, ਜਿਸ ਦਾ ਅਰਥ ਹੋ ਗਿਆ ਆਤਮਾ ਦਾ ਅਧਿਐਨ, ਜਾਂ ਕਹਿ ਲਓ ਆਤਮਾ ਦਾ ਪੂਰਾ ਵਿਗਿਆਨ। ਇਸ ਤਰ੍ਹਾਂ ਸ਼ੁਰੂ ਦੇ ਵਿੱਚ ਇਸ ਦਾ ਇਹ ਅਰਥ ਦੋਸਤੋ ਹੈਗਾ ਸੀ। ਇਸ ਤੋਂ ਬਿਨਾਂ ਜੇਕਰ ਆਪਾਂ ਅੱਗੇ ਗੱਲ ਕਰੀਏ ਕਿ ਇਸ ਦੇ ਜਿਹੜੇ ਅਰਥ ਨੇ, ਅਲੱਗ-ਅਲੱਗ ਸੰਕਲਪ ਨੇ, ਉਹ ਮਤਲਬ ਬਦਲਦੇ ਚਲੇ ਗਏ ਸਮੇਂ ਦੇ ਹਿਸਾਬ ਨਾਲ। ਕਿਵੇਂ ਬਦਲੇ ਉਹ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ 16ਵੀਂ ਸਦੀ ਦੇ ਵਿੱਚ ਜਦੋਂ ਇਹ ਮਤਲਬ ਫਿਲੋਸਫੀ ਤੋਂ ਅਲੱਗ ਹੋ ਕੇ ਸਾਈਕੋਲੋਜੀ ਆਪਣੇ ਆਪ ਵਿੱਚ ਇੱਕ ਸਾਇੰਸ ਬਣੀ, ਤਾਂ ਇਸ ਨੂੰ ਕਿਹਾ ਗਿਆ ਕਿ ਇਹ ਕੀ ਹੈ, ਸਟੱਡੀ ਆਫ ਸੋਲ ਹੈ, ਯਾਨੀ ਕਿ ਆਤਮਾ ਦਾ ਅਧਿਐਨ ਇਸ ਨੂੰ ਕਿਹਾ ਗਿਆ। ਤਾਂ ਆਤਮਾ ਦਾ ਅਧਿਐਨ ਕਹਿ ਲਓ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਆਤਮਾ ਦਾ ਵਿਗਿਆਨ, ਯਾਨੀ ਕਿ ਸਾਇੰਸ ਆਫ ਸੋਲ ਕਹਿ ਸਕਦੇ ਹਾਂ। ਤਾਂ ਇਹ ਕਹਿਣ ਵਾਲੇ ਕੌਣ ਸੀ, ਇਸ ਦੇ ਮਤਲਬ ਹਮਾਇਤੀ ਕੌਣ ਸੀ, ਉਹ ਸੀ ਜੀ ਅਰਸਤੂ ਹੋਰੀ, ਪਲੈਟੋ ਹੋਰੀ, ਇਸ ਤੋਂ ਬਿਨਾਂ ਡੈਕਾਰਟੇ। ਤਾਂ ਅਰਿਸਟੋਟਲ, ਪਲੈਟੋ, ਡਿਸਕਾਰਟੇ, ਤਾਂ ਇਹ ਸਭ ਸੇ ਜਿਹੜੇ ਦੋਸਤੋ ਇਸ ਦੇ ਮਤਲਬ ਕਹਿ ਸਕਦੇ ਆਪਾਂ ਉਸ ਸਮੇਂ ਸਪੋਰਟਰ ਹੈਗੇ ਸੀ, ਸਪੋਰਟ ਕਰਦੇ ਸੀ। ਇਹ ਆਖਦੇ ਸੀ ਵੀ ਅਸੀਂ ਕੀ ਮੰਨਦੇ ਇਹਨੂੰ, ਸਟੱਡੀ ਆਫ ਸੋਲ ਆਖਦੇ ਹਾਂ। ਇਸ ਤੋਂ ਬਾਅਦ ਸਮਾਂ ਬਦਲਿਆ, ਤਾਂ ਅਗਲੀ ਸਦੀ ਦੇ ਵਿੱਚ ਇਸ ਦੇ ਵਿੱਚ ਥੋੜ੍ਹੇ ਜਿਹੇ ਚੇਂਜ ਆਉਣੇ ਸ਼ੁਰੂ ਹੋਏ, ਥੋੜ੍ਹੇ ਜਿਹੇ ਪਰਿਵਰਤਨ ਆਏ। ਇਸ ਨੂੰ ਕਿਹਾ ਜਾਣ ਲੱਗਾ ਕਿ ਜਿਹੜੀ ਸਾਈਕੋਲੋਜੀ ਹੈ, ਮਨੋਵਿਗਿਆਨ ਹੈ, ਇਹ ਕੀ ਹੈ ਦੋਸਤੋ, ਮਨ ਦਾ ਅਧਿਐਨ ਹੈ, ਯਾਨੀ ਕਿ ਇਸ ਨੂੰ ਸਟੱਡੀ ਆਫ ਮਾਈਂਡ ਕਿਹਾ ਜਾਣ ਲੱਗਾ। ਤਾਂ ਇਸ ਸਮੇਂ ਇਸ ਦੇ ਸਪੋਰਟਰ ਦੇ ਵਿੱਚ ਪੌਂਬੋਨੋਸ ਦਾ ਨਾਂ ਇੱਕ ਇੰਪੋਰਟੈਂਟ ਨਾਂ ਸੀ। ਇਸ ਤੋਂ ਬਿਨਾਂ ਉਸ ਸਮੇਂ ਹੀ ਲੱਗਦੇ ਹੱਥ ਜੌਨ ਲੌਕ ਆ ਗਿਆ। ਉਹ ਕੀ ਆਖਦਾ, ਕਹਿੰਦਾ ਜਿਹੜਾ ਬੱਚੇ ਦਾ ਮਨ ਹੈ ਨਾ, ਵੀ ਬੱਚੇ ਦਾ ਮਨ ਹੈ ਜਿਹੜਾ, ਕਹਿੰਦਾ ਉਹ ਕੀ ਇੱਕ ਕੋਰੀ ਸਲੇਟ ਦੀ ਤਰ੍ਹਾਂ ਹੈ। ਸਮਝ ਗਏ, ਕੋਰੀ ਸਲੇਟ ਦੀ ਤਰ੍ਹਾਂ ਕਹਿੰਦਾ ਉਹ। ਤਾਂ ਉਸ ਨੂੰ ਉਹ ਕੀ ਆਖਦਾ, ਤਬਲਾ ਰਸ ਆਖਦਾ, ਯਾਨੀ ਕਿ ਮਾਈਂਡ ਆਫ ਏ ਚਾਈਲਡ ਇਜ਼ ਏ ਤਬਲਾ ਰਸ। ਜੌਨ ਲੌਕ ਇਹ ਗੱਲ ਆਖਦਾ। ਉਹ ਕੀ ਮੰਨਦਾ ਸੀ, ਕਹਿੰਦਾ ਬੱਚੇ ਦਾ ਮਨ ਬਿਲਕੁਲ ਕੋਰੀ ਸਲੇਟ ਦੀ ਤਰ੍ਹਾਂ ਹੈ, ਕੋਰੇ ਕਾਗਜ਼ ਦੀ ਤਰ੍ਹਾਂ, ਬਲੈਂਕ ਸਲੇਟ ਆਖਿਆ ਉਸ ਨੂੰ। ਕਹਿੰਦਾ ਵੀ ਇਸ ਦੇ ਉੱਤੇ ਜਿਹੜੀ ਚੀਜ਼ ਆਪਾਂ ਮਤਲਬ ਲਿਖ ਦਾਂਗੇ ਉਹ ਚੀਜ਼ ਲਿਖੀ ਜਾਊਗੀ। ਬੱਚੇ ਨੂੰ ਬਚਪਨ 'ਚ ਜਿਹੜੀ ਚੀਜ਼ ਸਿੱਖ ਗਈ, ਕਹਿੰਦਾ ਉਹੀ ਚੀਜ਼ ਸਿੱਖ ਲੂਗਾ। ਪਹਿਲਾਂ ਉਸ ਦਾ ਮਾਈਂਡ ਬਿਲਕੁਲ ਕੋਰੀ ਸਲੇਟ ਸੀ। ਬਾਅਦ ਵਿੱਚ ਇਸ ਦਾ ਕੀ ਹੋਇਆ, ਆਲੋਚਨਾ ਕੀਤੀ ਗਈ, ਠੀਕ ਹੈ। ਜਿਵੇਂ ਕਿ ਉਹ ਪਿਆਸੇ ਹੋਰ ਆਉਣਗੇ, ਉਹ ਕਹਿਣਗੇ ਵੀ ਇਹ ਨੌਲੇਜ ਹੈਗੀ ਸੀ। ਉਸ ਤੋਂ ਬਿਨਾਂ ਮਤਲਬ ਜਿਵੇਂ ਨੌਮ ਚਮੋਸਕੀ ਵਰਗੇ ਆ ਗਏ, ਉਹ ਕਹਿੰਦੇ ਵੀ ਲੈਂਗੁਏਜ ਉਸਨੇ ਮਤਲਬ ਇਕੁਆਇਰ ਕੀਤੀ ਹੈ, ਉਸ ਦੇ ਅੰਦਰ ਇੱਕ ਯੰਤਰ ਲੱਗਿਆ ਹੋਇਆ ਸੀ। ਮਤਲਬ ਉਹ ਚੀਜ਼ਾਂ ਆਪਾਂ ਡੀਪ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਦੇ ਰਹਾਂਗੇ। ਤਾਂ ਸ਼ੁਰੂ ਦੇ ਵਿੱਚ ਜੌਨ ਲੌਕ ਨੇ ਇਹ ਗੱਲ ਕਹੀ ਸੀ ਵੀ ਬੱਚੇ ਦਾ ਮਨ ਜਿਹੜਾ ਉਹ ਇੱਕ ਕੋਰੀ ਸਲੇਟ ਦੀ ਤਰ੍ਹਾਂ ਹੈ। ਤਾਂ ਇਹ ਕਿਸ ਦੇ ਹਮਾਇਤ 'ਚ ਕਹੀ ਸੀ, ਜਦੋਂ ਮਨ ਦਾ ਅਧਿਐਨ ਆਪਾਂ ਮੰਨ ਰਹੇ ਸੀ ਮਨੋਵਿਗਿਆਨ ਨੂੰ, ਸਾਈਕੋ ਨੂੰ। ਇਸ ਤੋਂ ਬਾਅਦ ਨੈਕਸਟ ਦੋਸਤੋ 17ਵੀਂ 18ਵੀਂ ਸਦੀ ਦੇ ਵਿੱਚ ਇਸ ਨੂੰ ਮਨ ਦਾ ਅਧਿਐਨ ਹੀ ਮੰਨਿਆ ਜਾਂਦਾ ਸੀ। ਇਸ ਤੋਂ ਬਾਅਦ 19ਵੀਂ ਸਦੀ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਹੋਰ ਚੇਂਜ ਹੋਇਆ, ਤਾਂ ਕਿਹਾ ਜਾਣ ਲੱਗਿਆ ਕਿ ਜਿਹੜਾ ਮਨੋਵਿਗਿਆਨ ਹੈ ਇਹ ਕੀ ਹੈ, ਚੇਤਨਾ ਦਾ ਅਧਿਐਨ ਹੈ, ਯਾਨੀ ਕਿ ਸਾਈਕੋਲੋਜੀ ਕੀ ਹੈ ਦੋਸਤੋ, ਸਟੱਡੀ ਆਫ ਕੌਨਸ਼ੀਅਸਨੈਸ ਹੈ। ਤਾਂ ਸਟੱਡੀ ਆਫ ਕੌਨਸ਼ੀਅਸਨੈਸ ਦੇ ਵਿੱਚ ਇਸ ਦੀ ਹਮਾਇਤ ਕਰਦਾ ਸੀ, ਸਪੋਰਟਰ ਸੀ ਇਸ ਦਾ ਵਿਲੀਅਮ ਵੁੰਟ। ਤਾਂ ਵਿਲੀਅਮ ਵੁੰਟ ਨੇ ਇਹੀ ਗੱਲ ਕਹੀ ਵੀ ਆਪਾਂ ਚੇਤਨਾ ਦੇ ਤੌਰ 'ਤੇ ਜਿਹੜੀ ਆਪਣੇ 'ਚ ਚੇਤਨਤ ਹੈ ਨਾ, ਵੀ ਉਸ ਦੇ ਪੱਧਰ 'ਤੇ ਆਪਾਂ ਇਸ ਚੀਜ਼ ਦਾ ਅਧਿਐਨ ਕਰਨ ਨੂੰ ਆਪਾਂ ਕੀ ਆਖਦੇ ਹਾਂ, ਮਨੋਵਿਗਿਆਨ ਆਖਦੇ ਹਾਂ। ਤਾਂ ਇਸ ਦੀ ਹਮਾਇਤ ਕੀਤੀ ਸੀ ਵੁੰਟ ਨੇ। ਇਸ ਤੋਂ ਬਾਅਦ ਸਮਾਂ ਹੋਰ ਬਦਲਿਆ, 20ਵੀਂ ਸਦੀ ਦੇ ਵਿੱਚ ਆ ਕੇ ਕੀ ਕਿਹਾ ਜਾਣ ਲੱਗਿਆ ਕਿ ਇਹ ਵਿਵਹਾਰ ਦਾ ਅਧਿਐਨ ਹੈ, ਯਾਨੀ ਕਿ ਸਟੱਡੀ ਆਫ ਬਿਹੇਵੀਅਰ ਹੈ। ਅਤੇ ਇਸ ਦਾ ਹਮਾਇਤੀ ਕੌਣ ਸੀ, ਵਾਟਸਨ ਸੀ। ਵਾਟਸਨ ਕੀ ਆਖਦਾ ਸੀ, ਕਹਿੰਦਾ ਪ੍ਰਭਾਵ ਪੈਂਦਾ ਆਪਣੇ 'ਤੇ ਵਿਵਹਾਰ ਦਾ, ਮਤਲਬ ਜਿਸ ਤਰ੍ਹਾਂ ਦਾ ਆਪਾਂ ਵਿਵਹਾਰ ਬੱਚੇ ਨਾਲ ਕਰਦੇ ਹਾਂ, ਕਹਿੰਦਾ ਬੱਚਾ ਉਸੇ ਤਰ੍ਹਾਂ ਦਾ ਬਣ ਜਾਊਗਾ। ਇਸ ਕਰਕੇ ਇਸਨੇ ਕੀ ਕੀਤਾ ਸੀ, ਇੱਕ ਬੱਚੇ ਦੇ ਉੱਤੇ ਇਸਨੇ ਪ੍ਰਯੋਗ ਵੀ ਕੀਤਾ ਸੀ। ਉਸ ਤੋਂ ਬਿਨਾਂ ਇਹ ਆਖਦਾ ਸੀ, ਕਹਿੰਦਾ ਵਾਤਾਵਰਨ ਬਹੁਤ ਵੱਡੀ ਚੀਜ਼ ਹੈ, ਵੀ ਬੱਚੇ ਨੂੰ ਕਹਿੰਦਾ ਜੰਮਦੇ ਬੱਚੇ ਨੂੰ ਜੰਗਲ 'ਚ ਛੱਡ ਦਿਓ, ਉਹਦੇ ਮਤਲਬ
ਜਿਹੜਾ ਚਾਲ ਚੱਲਣ ਹੋਊਗਾ ਕਹਿੰਦਾ ਉਹ ਜਾਨਵਰਾਂ ਵਰਗਾ ਹੋ ਜਾਊਗਾ। ਠੀਕ ਹੈ, ਤਾਂ ਜਾਨਵਰ ਦੇ ਬੱਚੇ ਨੂੰ ਕਹਿੰਦਾ ਜੀ ਮਨੁੱਖ 'ਚ ਲੈ ਆਓ ਸੁਸਾਇਟੀ ਦੇ ਵਿੱਚ, ਤਾਂ ਉਹ ਉਸ ਤਰ੍ਹਾਂ ਦਾ ਬਿਹੇਵੀਅਰ ਹੋ ਜਾਊਗਾ ਉਹਦਾ। ਤਾਂ ਇਸ ਤਰ੍ਹਾਂ ਇਹ ਬਿਹੇਵੀਅਰ ਦੀ ਗੱਲ ਕਰਦਾ ਸੀ ਵਾਟਸਨ। ਤਾਂ ਇਸ ਤਰੀਕੇ ਨਾਲ ਦੋਸਤੋ ਜਿਹੜੀ ਆਪਣੇ ਕੋਲ ਇਹ ਸੀ ਸਾਈਕੋਲੋਜੀ ਜਾਂ ਕਹਿ ਲਓ ਮਨੋਵਿਗਿਆਨ ਸੀ। ਮੇਨ ਤੌਰ 'ਤੇ ਇਸ ਦੇ ਇਹ 4 ਪੱਖ ਹੀ ਮੰਨੇ ਗਏ ਨੇ, ਜਾਂ ਕਹਿ ਲਓ 4 ਪਰਿਭਾਸ਼ਾਵਾਂ ਮੰਨੀਆਂ ਗਈਆਂ ਨੇ। ਸਟੱਡੀ ਆਫ ਸੋਲ, ਸਟੱਡੀ ਆਫ ਮਾਈਂਡ, ਸਟੱਡੀ ਆਫ ਕੌਨਸ਼ੀਅਸਨੈਸ, ਸਟੱਡੀ ਆਫ ਬਿਹੇਵੀਅਰ। ਇਹ 4 ਮੇਨ ਇਸ ਦੇ ਮੀਨਿੰਗ ਸੀ, ਅਲੱਗ-ਅਲੱਗ ਕਨਸੈਪਟ ਸੀ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਦੋਸਤੋ ਕਿ ਇਸ ਦੇ ਵਿੱਚ ਹੀ ਜਦੋਂ ਇਹ ਸਾਰੇ ਇੱਦਾਂ ਕਨਸੈਪਟ 4 ਪੜਾਵਾਂ ਦੇ ਵਿੱਚੋਂ ਜਦੋਂ ਸਾਈਕੋਲੋਜੀ ਗੁਜ਼ਰੀ, ਤਾਂ ਉਸ ਸਮੇਂ ਵੁਡਸਵਰਥ ਕੀ ਆਖਦਾ ਹੈ, ਉਸਨੇ ਇੱਕ ਪਰਿਭਾਸ਼ਾ ਦਿੱਤੀ। ਉਹ ਪਰਿਭਾਸ਼ਾ ਦੇ ਵਿੱਚ ਕੀ ਆਖਦਾ, ਕਹਿੰਦਾ ਜਿਹੜੀ ਸਾਈਕੋ ਹੈ, ਮਨੋਵਿਗਿਆਨ ਹੈ, ਕਹਿੰਦਾ ਮਨੋਵਿਗਿਆਨ ਨੇ ਸਭ ਤੋਂ ਪਹਿਲਾਂ ਕੀ ਕੀਤਾ, ਆਪਣੀ ਆਤਮਾ ਗਵਾਈ। ਠੀਕ ਹੈ, ਸਭ ਤੋਂ ਪਹਿਲਾਂ ਉਸਨੇ ਆਪਣੀ ਆਤਮਾ ਗਵਾਈ, ਫਿਰ ਆਤਮਾ ਤੋਂ ਬਾਅਦ ਕਹਿੰਦਾ ਉਸਨੇ ਮਨ ਵੀ ਗਵਾ ਲਿਆ ਆਪਦਾ। ਮਤਲਬ ਪਹਿਲਾਂ ਆਤਮਾ ਦਾ ਅਧਿਐਨ ਸੀ, ਫਿਰ ਮਨ ਵੀ ਗਵਾ ਲਿਆ। ਉਸ ਤੋਂ ਬਾਅਦ ਕੀ ਕਹਿੰਦਾ, ਕਹਿੰਦਾ ਫਿਰ ਇਸਨੇ ਆਪਣੀ ਚੇਤਨਾ ਵੀ ਗਵਾ ਲਈ। ਉਸ ਤੋਂ ਬਾਅਦ ਕਹਿੰਦਾ ਸਿਰਫ ਕੀ ਬਚਿਆ, ਵਿਵਹਾਰ ਬਚਿਆ। ਮਤਲਬ ਉਹਨੇ ਡੈਫੀਨੇਸ਼ਨ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਦਿੱਤੀ, ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ। ਉਹ ਕਹਿੰਦਾ ਪਹਿਲਾਂ ਆਤਮਾ ਗਵਾ ਲਈ, ਮਤਲਬ ਸੋਲ ਨੂੰ ਲੀਵ ਕਰਤਾ ਹਨ, ਇਹ ਲੋਸ ਕਰ ਲਈ, ਫਿਰ ਮਾਈਂਡ ਹੈ ਨਾ, ਫਿਰ ਕੌਨਸ਼ੀਅਸਨੈਸ, ਕਹਿੰਦਾ ਲਾਸਟ ਵਿੱਚ ਕੀ ਬਚਿਆ, ਸਿਰਫ ਬਿਹੇਵੀਅਰ ਬਚਿਆ। ਤਾਂ ਇਸ ਤਰ੍ਹਾਂ ਉਸਨੇ ਇਹ ਸਭ ਚੀਜ਼ਾਂ ਨੂੰ ਕਵਰ ਕਰਦੇ ਹੋਏ ਇੱਕ ਡੈਫੀਨੇਸ਼ਨ ਦਿੱਤੀ ਹੈ। ਇਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਾਂਗੇ ਦੋਸਤੋ ਪ੍ਰੋਸੋਗਿਕ ਮਨੋਵਿਗਿਆਨ ਦੀ, ਯਾਨੀ ਕਿ ਐਕਸਪੀਰੀਮੈਂਟਲ ਸਾਈਕੋਲੋਜੀ ਦੀ। ਦੇਖੋ ਦੋਸਤੋ ਪਹਿਲਾਂ ਸਿਰਫ ਕੀ ਸੀ, ਤੁੱਕੇ ਲਾਏ ਜਾ ਰਹੇ ਸੀ ਵੀ ਸਾਈਕੋਲੋਜੀ ਇਹ ਹੈ, ਸਾਈਕੋਲੋਜੀ ਇਹ ਹੈ। ਇਸ ਤੋਂ ਬਾਅਦ ਆਏ ਵੁੰਟਹੋਰ। ਤਾਂ ਵੁੰਟਹੋਰ ਕੀ ਆਖਦੇ, ਕਹਿੰਦੇ ਇਸ ਦਾ ਪ੍ਰਯੋਗ ਕਰਾਂਗੇ, ਮਤਲਬ ਕਿ ਇਸ ਦਾ ਕਹਿੰਦੇ ਪ੍ਰਯੋਗ ਕਰਕੇ ਦੇਖਾਂਗੇ। ਤਾਂ ਵਿਲੀਅਮ ਵੁੰਟ ਨੂੰ ਤਾਂ ਹੀ ਕਿਹਾ ਜਾਂਦਾ ਵੀ ਇਹ ਕੀ ਹੈ, ਐਕਸਪੀਰੀਮੈਂਟਲ ਜਿਹੜੀ ਸਾਈਕੋਲੋਜੀ ਹੈ ਉਸ ਦਾ ਫਾਦਰ ਕਿਹਾ ਜਾਂਦਾ ਹੈ। ਕਹਿੰਦੇ ਇਸ ਨੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਸੀ। ਤਾਂ ਇਸ ਨੇ ਪ੍ਰਯੋਗ ਕਰਨ ਦੇ ਲਈ ਕੀ ਕੀਤਾ ਸੀ, ਫਸਟ ਲੈਬੋਰੇਟਰੀ ਸਟਾਰਟ ਕੀਤੀ ਸੀ ਜਰਮਨੀ ਦੇ ਵਿੱਚ। ਠੀਕ ਹੈ, ਲਿਪਜਿੰਗ 1879 ਈਸਵੀ ਦੇ ਵਿੱਚ ਕਹਿ ਸਕਦੇ ਹਾਂ ਕਿ ਇਸ ਨੇ ਕੀ ਕੀਤੀ ਸੀ, ਲੈਬੋਰੇਟਰੀ ਸ਼ੁਰੂ ਕੀਤੀ ਸੀ। ਕਹਿੰਦਾ ਮੈਂ ਤਾਂ ਪ੍ਰਯੋਗ ਕਰੂੰਗਾ, ਜਿਹੜਾ ਵੀ ਕਹਿੰਦਾ ਮੈਂ ਪ੍ਰਯੋਗ ਕਰੂੰਗਾ, ਫਿਰ ਹੀ ਆਪਾਂ ਮੰਨਾਂਗੇ ਮਨੋਵਿਗਿਆਨ ਉਸ ਦੇ ਅਕੋਰਡਿੰਗ ਹੈ। ਤਾਂ ਇਸ ਨੇ ਪ੍ਰਯੋਗ ਸ਼ੁਰੂ ਕੀਤੇ, ਐਕਸਪੀਰੀਮੈਂਟ ਕਰਨੇ ਸ਼ੁਰੂ ਕੀਤੇ, ਤਾਂ ਹੀ ਇਸ ਨੂੰ ਐਕਸਪੀਰੀਮੈਂਟਲ ਸਾਈਕੋਲੋਜੀ ਦਾ ਫਾਦਰ ਵੀ ਆਪਾਂ ਕਹਿ ਸਕਦੇ ਹਾਂ। ਪਰ ਕੁਝ ਕੁ ਵਾਦ ਵਿਵਾਦ ਇਹ ਵੀ ਨੇ ਕਿ ਕਈ ਵਾਰ ਅਰਸਤੂ ਨੂੰ ਵੀ ਇਸ ਪ੍ਰਯੋਗਿਕ ਮਨੋਵਿਗਿਆਨ ਦਾ ਫਾਦਰ ਕਹਿ ਦਿੱਤਾ ਜਾਂਦਾ ਹੈ। ਆਪਸ਼ਨ ਦੇ ਅਕੋਰਡਿੰਗ ਦੋਨੇ ਨਾਮ ਧਿਆਨ ਦੇ ਵਿੱਚ ਰੱਖਿਓ। ਠੀਕ ਹੈ, ਤੁਹਾਨੂੰ ਕੋਈ ਵੀ ਉੱਥੇ ਲਿਖਣਾ ਪੈ ਸਕਦਾ ਹੈ। ਪਰ ਦੋਸਤੋ ਇਹ ਤਾਂ ਆਪਾਂ ਨੇ ਗੱਲ ਕੀਤੀ ਹੈ ਕਿ ਫਸਟ ਲੈਬੋਰੇਟਰੀਜ਼ ਜਿਹੜੀ ਮਤਲਬ ਆਪਣੇ ਪੂਰੇ ਵਿਸ਼ਵ ਪੱਧਰ ਦੇ ਉੱਤੇ, ਵਰਲਡ ਲੈਵਲ ਦੇ ਉੱਤੇ ਸਟਾਰਟ ਕੀਤੀ ਸੀ ਇਹਨੇ ਵੁੰਟ ਨੇ ਤਾਂ। ਪਰ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਫਸਟ ਲੈਬੋਰੇਟਰੀ ਜਿਹੜੀ ਉਹ ਸਟਾਰਟ ਕੀਤੀ ਗਈ ਸੀ ਕਲਕੱਤਾ ਦੇ ਵਿੱਚ 1916 ਈਸਵੀ ਦੇ ਵਿੱਚ। ਤਾਂ NN ਸੇਨਗੁਪਤਾ ਦਾ ਨਾਂ ਇਸ ਦੇ ਵਿੱਚ ਮੁੱਖ ਹੈ ਕਿ ਇਸ ਨੇ ਕੀ ਕੀਤੀ ਸੀ, ਇੰਡੀਆ ਦੇ ਵਿੱਚ ਫਸਟ ਲੈਬੋਰੇਟਰੀ ਜਿਹੜੀ ਸਾਈਕੋਲੋਜੀ ਦੀ ਉਹ ਸਟਾਰਟ ਕੀਤੀ ਸੀ। ਇਸ ਤਰੀਕੇ ਨਾਲ ਇਹ ਕੁਝ ਇੰਪੋਰਟੈਂਟ ਚੀਜ਼ਾਂ ਨੇ, ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਜੋ ਮੋਸਟ ਇੰਪੋਰਟੈਂਟ ਚੀਜ਼ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਉਹ ਹੈ ਦੋਸਤੋ ਐਜੂਕੇਸ਼ਨਲ ਸਾਈਕੋਲੋਜੀ, ਯਾਨੀ ਕਿ ਸਿੱਖਿਆ ਮਨੋਵਿਗਿਆਨ। ਤਾਂ ਸਿੱਖਿਆ ਮਨੋਵਿਗਿਆਨ ਦੇਖੋ ਪਹਿਲਾਂ ਜਿਹੜਾ ਮਨੋਵਿਗਿਆਨ ਸੀ ਉਹ ਕਿੱਥੇ ਤੋਂ ਚੱਲਦਾ ਆ ਰਿਹਾ, ਪਹਿਲਾਂ ਆਤਮਾ ਦਾ ਅਧਿਐਨ ਕਿਹਾ, ਫਿਰ ਮਨ ਦਾ ਅਧਿਐਨ ਕਿਹਾ, ਫਿਰ ਚੇਤਨਾ ਦਾ ਅਧਿਐਨ ਕਿਹਾ, ਵਿਵਹਾਰ ਕਿਹਾ। ਇਹ ਸਭ ਸਟੇਜਾਂ ਵਿੱਚੋਂ ਗੁਜ਼ਰ ਰਿਹਾ ਸੀ ਮਨੋਵਿਗਿਆਨ, ਅਤੇ ਉਸ ਦੇ ਨਾਲ ਹੀ ਇਹ ਆ ਕੇ ਜੁੜ ਗਿਆ ਸਿੱਖਿਆ ਦੇ ਨਾਲ, ਐਜੂਕੇਸ਼ਨ ਦੇ ਨਾਲ ਆ ਕੇ ਜੁੜ ਗਿਆ। ਤਾਂ ਹੀ ਫਿਰ ਕੀ ਕਰਨ ਲੱਗੇ, B.Ed ਕਰਨੀ ਹੈ, ETT ਕਰਨੀ, ਉਹਦੇ 'ਚ ਮਤਲਬ ਇਹ ਸਬਜੈਕਟ ਲਗਾ ਦਿੱਤੇ ਗਏ, ਕਿਉਂਕਿ ਹੁਣ ਸਿੱਖਿਆ ਦੇ ਨਾਲ ਜੁੜ ਗਿਆ ਉਹ ਆ ਕੇ। ਸਿਰਫ ਉਹਦਾ ਸੰਬੰਧ ਹੁਣ ਆਤਮਾ ਨਾਲ ਨਹੀਂ ਰਿਹਾ, ਤਾਂ ਹੁਣ ਉਹਦਾ ਸੰਬੰਧ ਸਿੱਖਿਆ ਦੇ ਨਾਲ ਜੁੜ ਗਿਆ ਕਿ। ਤਾਂ ਸਿੱਖਿਆ ਦੇ ਨਾਲ ਜਦੋਂ ਜੁੜਿਆ ਤਾਂ ਐਜੂਕੇਸ਼ਨਲ ਸਾਈਕੋਲੋਜੀ ਇਸ ਨੂੰ ਕਿਹਾ ਜਾਣ ਲੱਗਾ। ਤਾਂ ਐਜੂਕੇਸ਼ਨਲ ਸਾਈਕੋਲੋਜੀ ਦੇ ਵਿੱਚ ਜੋ ਮੁੱਖ ਨਾਮ ਹੈ ਦੋਸਤੋ ਇਹ ਆ ਜਾਂਦਾ ਹੈ ਥੋਰਨਡਾਈਕ ਦਾ। ਤਾਂ ਹੀ ਇਸ ਨੂੰ ਕਿਹਾ ਜਾਂਦਾ ਹੈ ਕਿ ਥੋਰਨਡਾਈਕ ਜਿਹੜਾ ਇਹ ਕੀ ਇਸ ਦਾ ਫਾਦਰ ਹੈ। ਪਰ ਕੁਝ ਵਾਦ ਵਿਵਾਦ ਇਹ ਵੀ ਨਹੀਂ, ਮਤਲਬ ਕੁਝ ਥਾਵਾਂ 'ਤੇ ਕਈ ਵਾਰ ਤੁਹਾਨੂੰ ਮਤਲਬ ਮਿਲ ਜੇ ਕਿਤੇ ਵੀ NN ਸੇਨਗੁਪਤਾ ਆਪਸ਼ਨ ਦੇ ਵਿੱਚ ਪਿਆ ਹੋਵੇ, ਥੋਰਨਡਾਈਕ ਨਾ ਹੋਵੇ, ਤਾਂ ਤੁਸੀਂ ਇਸ ਦੇ ਨਾਲ ਵੀ ਜਾ ਸਕਦੇ ਹੋ। ਇੱਥੇ ਵਾਦ ਵਿਵਾਦ ਥੋੜ੍ਹਾ ਜਿਹਾ ਹੈਗੇ ਹੈ, ਪਰ ਥੋਰਨਡਾਈਕ ਬੈਸਟ ਆਪਸ਼ਨ ਆਪਣੇ ਕੋਲ ਰਹੇਗੀ। ਇਸ ਤੋਂ ਬਿਨਾਂ ਮੈਂ ਤੁਹਾਡੇ ਸਾਹਮਣੇ ਦੋਨੇ ਕੇਸ ਨੇ ਜਿਹੜੇ ਉਹ ਰੱਖ ਦਿੱਤੇ ਨੇ। ਠੀਕ ਹੈ, ਹੁਣ ਤੁਸੀਂ ਨਹੀਂ ਦੇਖਣਾ ਵੀ ਕਿਹੜਾ ਤੁਹਾਡੀ ਆਪਸ਼ਨ ਦੇ ਅਕੋਰਡਿੰਗ ਟੁਕੇਗਾ। ਠੀਕ ਹੈ, ਜ਼ਿਆਦਾਤਰ ਥੋਰਨਡਾਈਕ ਹੀ ਤੁਹਾਨੂੰ ਆਪਸ਼ਨ ਦੇ ਵਿੱਚ ਮਿਲੇਗਾ। ਠੀਕ ਹੈ, ਪਰ ਕਈ ਵਾਰ ਵੀ ਚਾਂਸ ਹੋਣ ਬਾਹਲੀ ਕੋਈ ਮਤਲਬ ਉਲਝਾ ਕੇ ਪਾਉਣ ਦੀ ਕੋਸ਼ਿਸ਼ ਕਰੇ ਪੇਪਰ, ਤਾਂ ਉਹ NN ਸੇਨਗੁਪਤਾ ਨੂੰ ਪਾਵੇ, ਤਾਂ ਇਹਨੂੰ ਵੀ ਥੋੜ੍ਹਾ ਜਿਹਾ ਦੇਖ ਲਿਓ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਸਤੋ, ਦੇਖੋ ਆਪਾਂ ਨੇ ਸਾਈਕੋਲੋਜੀ ਦਾ ਮੀਨਿੰਗ ਤਾਂ ਸਮਝ ਹੀ ਚੁੱਕੇ ਹਾਂ ਆਪਾਂ। ਠੀਕ ਹੈ, ਪਹਿਲਾਂ ਇਸ ਦਾ ਮੀਨਿੰਗ ਆਪਾਂ ਨੇ ਸਮਝ ਚੁੱਕੇ ਆ, ਡੈਫੀਨੇਸ਼ਨ ਅਲੱਗ-ਅਲੱਗ ਤਰੀਕਿਆਂ ਨਾਲ ਸਮਝ ਚੁੱਕੇ ਹਾਂ। ਹੁਣ ਆਪਾਂ ਗੱਲ ਕਰਾਂਗੇ ਦੋਸਤੋ ਐਜੂਕੇਸ਼ਨ ਦੀ, ਮਤਲਬ ਜਿਹੜਾ ਪਹਿਲਾ ਸ਼ਬਦ ਹੈ ਐਜੂਕੇਸ਼ਨ, ਇਹ ਕਿਵੇਂ ਬਣਿਆ। ਤਾਂ ਦੇਖੋ ਮੀਨਿੰਗ ਆਫ ਐਜੂਕੇਸ਼ਨ ਇਹਨੂੰ ਆਪਾਂ 3 ਤਰੀਕਿਆਂ ਨਾਲ ਡਿਫਾਈਨ ਕਰਾਂਗੇ। ਨੰਬਰ 1 ਐਜੂਕੇਅਰ, ਨੰਬਰ 2 ਐਜੂਸੀਅਰ, ਨੰਬਰ 3 ਐਜੂਕੇਟਮ। ਤਾਂ ਇਹ 3 ਚੀਜ਼ਾਂ ਤੋਂ ਕਹਿ ਸਕਦੇ ਵੀ ਐਜੂਕੇਸ਼ਨ ਸ਼ਬਦ ਦੀ ਉਤਪੱਤੀ ਹੋਈ। ਐਜੂਕੇਸ਼ਨ ਜਿਹੜਾ ਸ਼ਬਦ ਹੈ ਇਸ ਤੋਂ ਬਣਿਆ। ਤਾਂ ਮੇਨ ਤੌਰ 'ਤੇ ਆਪਾਂ ਇਹੀ ਮੰਨਾਂਗੇ ਕਿ ਐਜੂਕੇਅਰ ਤੋਂ, ਐਜੂਸੀਅਰ ਤੋਂ, ਐਜੂਕੇਟਮ ਤੋਂ ਐਜੂਕੇਸ਼ਨ ਸ਼ਬਦ ਹੈ ਜਿਹੜਾ ਉਹ ਬਣਿਆ, ਹੋਂਦ ਵਿੱਚ ਆਇਆ।
एजुकेयर का मीनिंग की है? एजुकेयर का मीनिंग है दोस्तों टू ब्रिंग अप, टू रेस मतलब उपर उठाना, मतलब कि उच्चा उठना है ना, भी किसी चीज़ सीख के उच्चा उठ जाना, तो ब्रिंग अप इसका मीनिंग लिया गया। ठीक है, इस तो बाद जो एजुसीयर शब्द से इसका मीनिंग से टू लीड आउट मतलब बाहर वाल वध जाना। ठीक है, ਆਪਾਂ ਇਹ ਕਹਿ ਸਕਦੇ ਹਾਂ कि इसका अर्थ ये सी कि सिक्ख्या शब्द का अर्थ है व्यक्ति के अंदर सब तो जो चंगा गुण है उस गुण को बाहर ले आना। एजुसीयर का यही मीनिंग सी, तो एजुसीयर तो भी उत्पत्ति मनी जाती है एजुकेशन शब्द की। ठीक है, तो इसका मीनिंग टू लीड आउट, ये ध्यान च रखियो इस तरह कीवर्ड। नैक्सट है दोस्तों एजुकेटम। एजुकेटम का मीनिंग होंगे कि एक्ट ऑफ टीचिंग और ट्रेनिंग, मतलब पहला तो यह मन्निया गया भी गुण को बाहर लैके आना, पर हुण की मन्निया गया भी उसनों अप्लाई करना, उसका प्रोसैस की है। ठीक है, एक्ट ऑफ टीचिंग कह लो, ट्रेनिंग कह लो, इस तो बिना इनू पाई कह सकते भी सिखलाई का ਜਾਂ ਅਧਿਆਪਨ ਦੀ ਇੱਕ ਪ੍ਰਕਿਰਿਆ ਹੈ ਜਿਸ ਨੂੰ ਕੀ ਕਿਹਾ ਗਿਆ? ਐਜੂਕੇਸ਼ਨ ਕਿਹਾ ਗਿਆ। ਤਾਂ ਇਸ ਤਰੀਕੇ ਨਾਲ ਐਜੂਕੇਟਮ, ਐਜੂਸੀਅਰ, ਐਜੂਕੇਅਰ ਇਹ ਤਿੰਨ ਸ਼ਬਦਾਂ ਤੋਂ ਆਪਾਂ ਮੇਨ ਤੌਰ ਤੇ ਕੀ ਮੰਨਦੇ ਹਾਂ ਕਿ ਇਹ ਐਜੂਕੇਸ਼ਨ ਸ਼ਬਦ ਦੀ ਉਤਪੱਤੀ ਹੋਈ ਹੈ। ਪਰ ਜੇਕਰ ਤੁਹਾਨੂੰ ਮਤਲਬ ਆਪਸ਼ਨਾਂ ਦੇ ਵਿੱਚ ਮਿਲਦੇ ਨੇ ਇਹ ਵੀ ਕਿਹੜੇ ਤੋਂ ਮੰਨਾਂਗੇ ਆਪਾਂ, ਤਾਂ ਤੁਸੀਂ ਐਜੂਕੇਟਮ ਨੂੰ ਸਭ ਤੋਂ ਜ਼ਿਆਦਾ ਪ੍ਰੀਫਰੈਂਸ ਦਿਓਗੇ। ਇਸ ਤਰੀਕੇ ਨਾਲ ਦੋਸਤੋ ਇਹ ਆਪਣਾ ਐਜੂਕੇਸ਼ਨ ਦਾ ਮੀਨਿੰਗ ਕਲੀਅਰ ਹੋ ਗਿਆ। ਠੀਕ ਹੈ, ਸਾਈਕੋਲੋਜੀ ਦਾ ਮੀਨਿੰਗ ਆਪਾਂ ਪਹਿਲਾਂ ਕਲੀਅਰ ਕਰ ਚੁੱਕੇ ਹਾਂ, ਤੇ ਇਸ ਬੇਸ ਤੇ ਹੀ उस समय स्किनर ने एक परिभाषा दी कि सिक्ख्या मनोविज्ञान की परिभाषा स्किनर के अनुसार समझते हैं आप की है, सिक्ख्या मनोविज्ञान मनोविज्ञान की वो शाखा है जिहड़ी पढ़ाउण अते सिक्ख्या के नाल संबंधित है। तो यह परिभाषा दोस्तों कादी आप कह सकते हैं एजुकेशनल साइकोलॉजी की यह निक्की जही परिभाषा है। स्किनर के अनुसार ये चीज़ तुसीं ध्यान दे विच जरूर रखियो। इस तरीके नाल दोस्तों की होया जदों यह आपां गल करदे हां भी एजुकेशन के नाल आके जुड़ गया, तो एजुकेशन के नाल जुड़ता जुड़ता जो मनोविज्ञान से वो बच्चे के विकास नाल जुड़ गया आके, तो बाल विकास के नाल आके इसका संबंध जुड़ गया, तो इस तरह बन गया बाल विकास अते मनोविज्ञान CDP चाइल्ड डिवेलपमेंट एंड साइकोलॉजी। तो तुहाडा यह बना गया 30 नंबर। ठीक है, तो इस तरीके नाल यह तुहाडे सिलेबस दे विच आके जुड़ गया, चाइल्ड डिवेलपमेंट के नाल जो इसका संबंध जुड़ गया। तो इस तरीके नाल हुण तुसीं समझो भी ये एक चलो बेस्ट चीज़ भी है, मैनूं इंटरस्टिंग लगती है चीज़ भी ये एजुकेशन मतलब टीचर की जी मतलब कोर्स है ना भी वो शामिल करना मैनूं एक वधिया पॉइंट लगता है, क्योंकि ये आपां की समझते हैं भी बच्चा किवें सिखदा है, किन्नी उम्र च वो किहड़ी स्टेज च हुंदा है, किवें सिख सकदा है ना, भी उसका सुभाਅ किस तरह का हुंदा है। तो ये सब चीज़ां साइकोलॉजी दे विच आपां समझियां ते बच्चे के विकास नाल आके वो जुड़ गईयां। उस तो बिना आपां ਜਿਹੜੀ भी अगे सारी साइकोलॉजी पढ़ांगे ਆਪਾਂ ਪਿਆਜੇ ਦੀ थ्योरी पढ़ांगे, विगोस्ती ਦੀ थ्योरी पढ़ांगे, वो सब बच्चे के विकास की ही तो गल कर रहे हैं, ਤਾਂ ਹੀ ਉਹਨਾਂ ਨੂੰ ਆਪਾਂ ਸਾਈਕੋਲੋਜੀ ਦੇ ਵਿੱਚ ਕੰਸੀਡਰ ਕਰਦੇ ਹਾਂ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ CDP ਬਣ ਗਿਆ ਤੁਹਾਡਾ ਇੱਕ ਸਬਜੈਕਟ ਬਣ ਗਿਆ। ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਨੇ ਇਹ ਤਾਂ ਸਮਝ ਲਿਆ ਵੀ ਇਹ CDP ਕਿਵੇਂ ਬਣਿਆ ਜਮਾ ਸ਼ੁਰੂ ਤੋਂ ਲੈ ਕੇ। ਠੀਕ ਹੈ, CDP ਬਣ ਗਿਆ ਕਿ ਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਇਸ ਦੀਆਂ ਸ਼ਾਖਾਵਾਂ ਕਿਹੜੀਆਂ-ਕਿਹੜੀਆਂ ਨੇ, ਮਤਲਬ ਕਿ ਜਿਹੜੀ ਸਾਈਕੋਲੋਜੀ ਆਪਣੇ ਆਪ ਵਿੱਚ ਬਹੁਤ ਵੱਡੀ ਹੈ, ਪਰ ਆਪਾਂ ਨੂੰ ਟੀਚਰ ਦੇ ਰੂਪ ਵਿੱਚ ਆਪਾਂ ਕੀ ਪੜ੍ਹਦੇ ਹਾਂ? ਸਿਰਫ ਇਹ ਚੀਜ਼ ਪੜ੍ਹਦੇ ਹਾਂ ਵੀ ਇਹ ਬੱਚੇ ਦੇ ਪੱਖ 'ਚ ਕਿਵੇਂ ਹੈ। ਤਾਂ ਹੀ ਆਪਾਂ ਸਿਰਫ ਕੀ ਪੜ੍ਹਦੇ ਹਾਂ? ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ ਪੜ੍ਹਦੇ ਹਾਂ, ਕਿਉਂਕਿ ਸਾਈਕੋਲੋਜੀ ਦੇ ਅੰਦਰ ਬਹੁਤ ਜ਼ਿਆਦਾ ਅਲੱਗ-ਅਲੱਗ ਸ਼ਾਖਾਵਾਂ ਨੇ। ਠੀਕ ਹੈ, ਅਲੱਗ-ਅਲੱਗ ਪਾਰਟ ਨੇ, ਜਿਵੇਂ ਆਪਾਂ ਪੜ੍ਹਾਂਗੇ ਇਹਦੇ 'ਚ ਇਹਦੀਆਂ 7 ਜਿਹੜੀਆਂ ਸ਼ਾਖਾਵਾਂ ਨੇ ਉਹ ਪੜ੍ਹਾਂਗੇ, ਪਰ ਉਹ ਐਜੂਕੇਸ਼ਨ ਵਾਲੀ ਜਿਹੜੀ ਉਹ ਆਪਾਂ ਇੰਪਲੀਮੈਂਟ ਕਰਨੀ ਹੈ ਕਲਾਸ ਦੇ ਵਿੱਚ। ਤਾਂ ਹੀ ਉਹ ਚੀਜ਼ਾਂ ਨੂੰ ਆਪਾਂ ਥੋੜ੍ਹਾ ਜਿਹਾ ਡੀਪ ਦੇ ਵਿੱਚ ਪੜ੍ਹਦੇ ਹੁੰਦੇ ਹਾਂ, ਉਹਦੀਆਂ ਥਿਊਰੀਆਂ ਪੜ੍ਹਦੇ ਹੁੰਦੇ ਹਾਂ। ਤਾਂ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਰਚਨਾਵਾਦ ਦੀ। ਤਾਂ ਸੰਰਚਨਾਵਾਦ ਯਾਨੀ ਕਿ ਸਟਰਕਚਰਲਿਜ਼ਮ, ਇਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਸ ਦੇ ਫਾਦਰ ਨੇ ਜਿਹੜੇ ਉਹ ਨੇ ਜੀ ਵਿਲੀਅਮ ਵੁੰਟ, ਜਾਂ ਫਿਰ ਕਈ ਥਾਵਾਂ ਤੁਹਾਨੂੰ E.V. ਟਿਚਨਰ ਵੀ ਲਿਖਿਆ ਮਿਲ ਸਕਦਾ ਹੈ, ਤੁਸੀਂ ਇਸ ਆਪਸ਼ਨ ਦੇ ਨਾਲ ਵੀ ਜਾ ਸਕਦੇ ਹੋ, ਕੋਈ ਖਾਸ ਪ੍ਰੋਬਲਮ ਨਹੀਂ ਹੋਏਗੀ। ਅਤੇ ਇਸ ਦੇ ਵਿੱਚ ਕੀ ਗੱਲ ਕੀਤੀ ਜਾਂਦੀ ਸੀ ਸੰਰਚਨਾਵਾਦ ਦੇ ਵਿੱਚ ਦੋਸਤੋ ਕਿ ਇਹ ਕੀ ਹੈ? ਚੇਤਨਾ ਹੈ। ਠੀਕ ਹੈ, ਮਤਲਬ ਕਿ ਨਿਰਪੱਖ ਤੌਰ 'ਤੇ ਚੇਤਨਾ ਮੰਨੀ ਜਾਂਦੀ ਸੀ, ਕੌਨਸ਼ੀਅਸਨੈਸ ਨੂੰ ਹੀ ਇਸ ਦੇ ਵਿੱਚ ਪ੍ਰਮੁੱਖਤਾ ਦਿੱਤੀ ਜਾਂਦੀ ਸੀ, ਪ੍ਰੀਫਰੈਂਸ ਦਿੱਤੀ ਜਾਂਦੀ ਸੀ ਸੰਰਚਨਾਵਾਦ ਦੇ ਵਿੱਚ। ठीक है, संरचनावाद से डायरैक्ट अगे क्वेश्चन भी आने वाला है। ठीक है, वो वेट करो, आप लास्ट में डिस्कस करांगे। इस तो बाद नैक्सट आप शाखा बन सकते हैं कि स्कूल्स ऑफ साइकोलॉजी पढ़ रहे हैं आप। ठीक है, थॉट ऑफ स्कूल्स भी इन्होंने कह सकते हैं आप। तो इस सैकेंड नंबर पर आप डिस्कस करते हैं दोस्तों कार्यवाद यानी कि फंक्शनलिज्म। तो फंक्शनलिज्म के की है दोस्तों, इस की कहा जाने लगे भी संरचना की बजाय काम नूं तवज्जो दी जाने लगी, भी संरचना कुछ नहीं, काम की है उस तो ज़्यादा वधिया चीज़ है, मतलब काम नूं इहदे च तवज्जो देनी शुरू करती, ਕੰਮ ਨੂੰ ਪਹਿਲ ਮਿਲਣੀ ਸ਼ੁਰੂ ਕਰਤੀ ਵੀ ਕੰਮ ਸਭ ਕੁਛ ਹੈ। ਤਾਂ ਇਸ ਤਰੀਕੇ ਨਾਲ ਇਹ ਬਣਿਆ ਕਾਰਜਵਾਦ ਯਾਨੀ ਕਿ ਫੰਕਸ਼ਨਲਿਜ਼ਮ। ਅਤੇ ਇਸ ਦੇ ਸਪੋਰਟਰ ਕੌਣ ਸੀ ਜੀ, ਜਾਂ ਕਹਿ ਲਓ ਇਸ ਦਾ ਪ੍ਰੋਫਾਈਂਡਰ ਆਪਾਂ ਕਿਹਨੂੰ ਕਹਿ ਸਕਦੇ ਹਾਂ? ਵਿਲੀਅਮ ਜੇਮਸ ਨੂੰ ਕਹਾਂਗੇ। ਤਾਂ ਵਿਲੀਅਮ ਜੇਮਸ ਨੂੰ ਕਹਾਂਗੇ। ਇਸ ਤਰੀਕੇ ਨਾਲ ਦੋਸਤੋ ਇਹ ਇਸ ਦਾ ਮਤਲਬ ਇੱਕ ਮੁੱਖ ਸਪੋਰਟਰ ਆਪਾਂ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਮਨੋਵਿਸ਼ਲੇਸ਼ਣ मतलब कि साइको एनालिसिस,
ਤਾਂ ਸਾਈਕੋ ਐਨਾਲਿਸਿਸ ਦਾ ਫਾਦਰ ਹੈ ਜਿਹੜਾ ਮੰਨਿਆ ਜਾਂਦਾ ਹੈ, ਪ੍ਰੋਫਾਊਂਡਰ ਕਹਿ ਲਓ, ਫਾਦਰ ਕਹਿ ਲਓ, ਇਹ ਮੰਨਿਆ ਜਾਂਦਾ ਸਿਗਮੰਡ ਫਰਾਇਡ ਨੂੰ। ਠੀਕ ਹੈ, ਇਸ ਦਾ ਨਾਮ ਇਸ ਦੇ ਵਿੱਚ ਪ੍ਰਮੁੱਖ ਹੈ ਦੋਸਤੋ। ਤਾਂ ਇਹ ਗੱਲ ਕਰਦਾ ਸੀ ਅੱਗੇ ਵੀ ਐਨਾਲਿਸਿਸ ਕਰਨ ਦੀ, ਮਤਲਬ ਕਿ ਕੰਮ ਦੀ ਬਜਾਏ ਤੇ ਉਸ ਤੋਂ ਬਿਨਾਂ ਸੰਰਚਨਾ ਦੀ ਬਜਾਏ ਇਹ ਮਤਲਬ ਐਨਾਲਿਸਿਸ ਨੂੰ, ਵਿਸ਼ਲੇਸ਼ਣ ਨੂੰ ਮਤਲਬ ਪ੍ਰੀਫਰੈਂਸ ਦੇਣ ਲੱਗਿਆ। ਤਾਂ ਇਸੇ ਕਰਕੇ ਇਸ ਨੇ ਅਲੱਗ-ਅਲੱਗ ਅਪਰੋਚਸ ਦਿੱਤੀਆਂ, ਜਿਹਨੂੰ ਆਪਾਂ ਸਾਈਕੋ ਸੈਕਸੁਅਲ ਅਪਰੋਚ ਵੀ ਕਹਿ ਦਿੰਦੇ ਹਾਂ, ਸਾਈਕੋ ਡਾਇਨਾਮਿਕ ਅਪਰੋਚ ਵੀ ਕਹਿ ਦਿੰਦੇ ਹਾਂ। ਤਾਂ ਇਹ ਸਭ ਸੇਮ ਹੀ ਚੀਜ਼ਾਂ ਨਹੀਂ, ਠੀਕ ਹੈ, ਅਲੱਗ-ਅਲੱਗ ਇਹਨੇ ਐਸਪੈਕਟ ਪੇਸ਼ ਕੀਤੇ ਨੇ ਫਰਾਇਡ ਨੇ। ਤਾਂ ਇਹ ਜਿਹੜੇ ਮਤਲਬ ਹੋ ਸਕਦੇ ਪਾਉਣ ਵਾਲੇ ਸਮੇਂ 'ਚ ਇਹਦੀਆਂ ਜਦੋਂ ਥਿਊਰੀਆਂ ਪੜ੍ਹਾਂਗੇ ਉਹਨਾਂ ਦੇ ਵਿੱਚ ਆਪਾਂ ਇਹ ਚੀਜ਼ਾਂ ਡਿਟੇਲ ਦੇ ਵਿੱਚ ਡਿਸਕਸ ਕਰ ਲਵਾਂਗੇ। ਇੱਕ ਵਾਰ ਬਸ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਵੀ ਮਨੋਵਿਸ਼ਲੇਸ਼ਣ ਦਾ ਸੰਬੰਧ ਜਿਹੜਾ ਉਹ ਸਿਗਮੰਡ ਫਰਾਇਡ ਦੇ ਨਾਲ ਜੁੜਦਾ ਆ ਕੇ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਦੋਸਤੋ, ਅਗਲਾ ਜੋ ਸਕੂਲ ਆਫ ਸਾਈਕੋਲੋਜੀ ਹੋਏਗਾ ਉਹ ਹੋਏਗਾ ਵਿਵਹਾਰਵਾਦ, ਯਾਨੀ ਕਿ ਬਿਹੇਵੀਅਰਿਜ਼ਮ, ਜਿਹਦੇ ਵਿੱਚ ਆ ਜਾਂਦਾ ਹੈ ਵਾਟਸਨ। ਤਾਂ ਵਾਟਸਨ ਕੀ ਆਖਦਾ ਹੈ, ਕਹਿੰਦਾ ਸੰਰਚਨਾ ਨੂੰ ਵੀ ਛੱਡੋ, ਕਾਰਜ ਨੂੰ ਵੀ ਛੱਡੋ ਪਰਾਂ, ਮਨੋਵਿਗਿਆਨ ਨੂੰ ਪਰਾਂ ਰੱਖੋ। ਤਾਂ ਇਹ ਸਭ ਚੀਜ਼ਾਂ ਨੂੰ ਨਕਾਰਦੇ ਹੋਏ ਉਹ ਕਿਸ ਚੀਜ਼ ਨੂੰ ਪਹਿਲ ਦਿੰਦਾ ਹੈ, ਵਿਵਹਾਰ ਨੂੰ। ਤਾਂ ਹੀ ਆਪਾਂ ਇਸ ਨੂੰ ਕੀ ਕਹਿ ਦਿੰਦੇ ਹਾਂ ਕਿ ਇਹ ਕੀ ਹੈ, ਬਿਹੇਵੀਅਰਿਜ਼ਮ ਦੀ ਗੱਲ ਕਰਦਾ ਕੌਣ, ਵਾਟਸਨ। ਤਾਂ ਵਿਵਹਾਰ ਦੀ ਗੱਲ ਕਰਦਾ ਹੈ ਵਾਟਸਨ। ਤਾਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਇਹਨੇ ਸਭ ਚੀਜ਼ਾਂ ਨੂੰ ਨਕਾਰਿਆ। ਸੰਰਚਨਾ ਕਹਿੰਦਾ ਜਾਂ ਉਹ ਖੂਹ 'ਚ ਪਵੇ, ਸੰਰਚਨਾ, ਕਾਰਜ, ਮਨੋਵਿਸ਼ਲੇਸ਼ਣ ਸਭ ਚੀਜ਼ਾਂ ਨੂੰ ਪਰਾਂ ਮਾਰਿਆ ਨੇ ਜਾ ਕੇ। ਕਹਿੰਦਾ ਵਿਵਹਾਰ ਸਭ ਕੁਝ ਹੈ। ਕਹਿੰਦਾ ਤੁਸੀਂ ਮੈਨੂੰ ਇੱਕ ਬੱਚਾ ਦਿਓ, ਉਸ ਬੱਚੇ ਦੇ ਨਾਲ ਮੈਂ ਇਸ ਤਰ੍ਹਾਂ ਦਾ ਬਿਹੇਵੀਅਰ ਕਰਾਂਗਾ ਵੀ ਜਿਹੜੀ ਚੀਜ਼ ਤੁਸੀਂ ਚਾਹੋਗੇ ਮੈਂ ਉਹੀ ਬਣਾ ਦੂੰਗਾ। ਤੁਸੀਂ ਕਹਿੰਦੇ ਮੈਂ ਉਹਨੂੰ ਡਾਕਟਰ ਬਣਾਉਣਾ, ਮੈਂ ਡਾਕਟਰ ਬਣਾ ਦੂੰਗਾ। ਤੁਸੀਂ ਕਹਿੰਦੇ ਉਹਨੂੰ ਟੀਚਰ ਬਣਾਉਣਾ, ਟੀਚਰ ਬਣਾ ਦੂੰਗਾ। ਤੁਸੀਂ ਕਹਿੰਦੇ ਉਹਨੂੰ ਗੁੰਡਾ ਬਣਾਉਣਾ, ਬਦਮਾਸ਼ ਬਣਾਉਣਾ, ਮੈਂ ਉਹ ਬਣਾ ਦੂੰਗਾ। ਕਹਿੰਦਾ ਬਸ ਉਸ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਵੀ ਉਹ ਬਣੇ। ਤਾਂ ਇਸ ਤਰੀਕੇ ਨਾਲ ਵਾਟਸਨ ਸੀ ਜਿਹੜਾ ਇਹ ਚੀਜ਼ ਦੀ ਗੱਲ ਕਰਦਾ ਸੀ। ਤਾਂ ਇਸ ਤਰੀਕੇ ਨਾਲ ਦੋਸਤੋ ਇਹਨੇ ਕੀ ਕੀਤਾ, ਇੱਕ ਲਿਟਲ ਐਲਬਰਟ ਨਾਂ ਦੇ ਬੱਚੇ ਦੇ ਉੱਤੇ ਇਹਨੇ ਇੱਕ ਪ੍ਰਯੋਗ ਕੀਤਾ। ਠੀਕ ਹੈ, ਤਾਂ ਇਹ ਪ੍ਰਯੋਗ ਦੇ ਵਿੱਚ ਇਸ ਨੇ ਇਹੀ ਚੀਜ਼ ਸਿੱਧ ਕੀਤੀ ਵੀ ਵਿਵਹਾਰ ਹੀ ਸਭ ਕੁਝ ਹੈ। ਮਤਲਬ ਜਿਸ ਤਰ੍ਹਾਂ ਦਾ ਵਰਤਾਵ ਆਪਾਂ ਕਰਦੇ ਹਾਂ ਉਸੇ ਤਰ੍ਹਾਂ ਦੀ ਆਊਟਪੁੱਟ ਬੱਚੇ ਦੇ ਵਿੱਚ ਆਉਂਦੀ ਹੈ। ਸ਼ਾਇਦ ਤਾਂ ਹੀ ਕਿਹਾ ਜਾਂਦਾ ਵੀ ਜਿਹੜਾ ਟੀਚਰ ਹੈ ਨਾ ਉਹ ਕੀ ਬੱਚੇ ਦਾ ਰੋਲ ਮਾਡਲ ਹੈ। ਮਤਲਬ ਕਿ ਬੱਚਾ ਜਿਸ ਤਰ੍ਹਾਂ ਦੇਖਿਆ ਮੇਰੇ ਟੀਚਰ ਨੇ ਇਹ ਕਰਦਾ, ਮੇਰਾ ਟੀਚਰ ਇਸ ਤਰ੍ਹਾਂ ਦਾ, ਤਾਂ ਬੱਚਾ ਉਸ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰੇਗਾ। ਤਾਂ ਹੀ ਕਿਹਾ ਜਾਂਦਾ ਵੀ ਟੀਚਰ ਤੁਸੀਂ ਕਿਉਂ ਸਭ ਰੋਲ ਮਾਡਲ ਹੋਵੋਗੇ ਬੱਚਿਆਂ ਦੇ। ਤਾਂ ਆਪਣੇ ਆਪ ਨੂੰ ਉਹ ਚੀਜ਼ ਬਣਾਇਓ ਜੋ ਚੀਜ਼ ਤੁਸੀਂ ਬੱਚਿਆਂ ਵਿੱਚ ਦੇਖਣਾ ਚਾਹੁੰਦੇ ਹੋ ਵੀ ਬੱਚੇ ਇਸ ਤਰ੍ਹਾਂ ਦੇ ਬਣਨ। ਤਾਂ ਇਸ ਤਰੀਕੇ ਨਾਲ ਵਾਟਸਨ ਦੇ ਇਹ ਪ੍ਰਯੋਗ ਦੇ ਨਾਲ ਜਿਹੜਾ ਵਿਵਹਾਰਵਾਦ ਹੈ ਉਹ ਇੱਕ ਵਧੀਆ ਰੂਪ ਲੈ ਗਿਆ ਸੀ। ਠੀਕ ਹੈ, ਮਤਲਬ ਵਧੀਆ ਮੰਗ ਹੋ ਗਈ ਸੀ ਇਸ ਦੀ। ਅਤੇ ਇਹਨੂੰ ਮਤਲਬ ਆਪਾਂ ਇੰਪੋਰਟੈਂਸ ਦਿੰਦੇ ਹਾਂ। ਮਤਲਬ ਜਿਹੜੀਆਂ ਅੱਜ ਵਾਲੀਆਂ ਵੀ ਚੀਜ਼ਾਂ ਨੇ, ਜਿਵੇਂ ਤੁਹਾਨੂੰ ਰੋਲ ਮਾਡਲ ਵਾਲੀ ਗੱਲ ਦੱਸੀ, ਤਾਂ ਇਹ ਚੀਜ਼ਾਂ ਮਤਲਬ ਫੋਲੋ ਕੀਤਾ ਜਾਂਦਾ ਹੈ। ਬੱਚੇ ਨੂੰ ਆਪਾਂ ਕਿਹਾ ਜਾਂਦਾ ਵੀ ਉਹਦੇ ਸਾਹਮਣੇ ਇਹ ਜਿਹਾ ਵਾਤਾਵਰਨ ਦਿਓ, ਵੀ ਉਹ ਵਾਤਾਵਰਨ ਦਾ ਮਤਲਬ ਬਿਹੇਵੀਅਰ ਕਰਨਾ ਹੀ ਹੋ ਗਿਆ ਵੀ ਬੱਚੇ ਨਾਲ ਜਿਸ ਤਰ੍ਹਾਂ ਬਿਹੇਵੀਅਰ ਕਰਾਂਗੇ ਉਸੇ ਤਰ੍ਹਾਂ ਦਾ ਕੀ ਕਰੂਗਾ, ਉਹ ਆਪਾਂ ਨੂੰ ਆਊਟਪੁੱਟ ਦੇਵੇਗਾ। ਅਤੇ ਇਹਦੇ ਵਿੱਚ ਇੱਕ ਇਹ ਵੀ ਗੱਲ ਕੀਤੀ ਜਾਂਦੀ ਹੈ ਵੀ ਬੱਚੇ ਦੇ ਵਿੱਚ ਆਪਾਂ ਨੇ ਜਿਸ ਤਰ੍ਹਾਂ ਦੀ ਇਨਪੁੱਟ ਦਿੱਤੀ ਉਸੇ ਤਰ੍ਹਾਂ ਦੀ ਆਊਟਪੁੱਟ ਆਈ। ਤਾਂ ਇਸ ਚੀਜ਼ ਨੂੰ ਆਪਾਂ ਬਲੈਕ ਬਾਕਸ ਥਿਊਰੀ ਵੀ ਕਹਿੰਦੇ ਹਾਂ। ਇੱਕ ਅੱਗੇ ਕੁਐਸਚਨ ਵੀ ਆਊਗਾ ਡਾਇਰੈਕਟ ਵੀ ਬਲੈਕ ਬਾਕਸ ਥਿਊਰੀ ਜਿਹੜੀ ਆਪਾਂ ਉਹ ਕਿਸ ਨੂੰ ਮੰਨਾਂਗੇ, ਤਾਂ ਉਹ ਆਪਾਂ ਬਿਹੇਵੀਅਰਿਜ਼ਮ ਨੂੰ ਮੰਨਾਂਗੇ, ਜਿਸ ਦਾ ਫਾਦਰ ਆਪਾਂ ਵਾਟਸਨ ਨੂੰ ਆਖ ਰਹੇ ਹਾਂ। ਇਸ ਤੋਂ ਬਾਅਦ ਦੋਸਤੋ ਜੇਕਰ ਆਪਾਂ ਗੱਲ ਕਰੀਏ ਨੰਬਰ 5, 5ਵੇਂ ਨੰਬਰ 'ਤੇ ਜੋ ਆਪਾਂ ਸ਼ਾਖਾ ਮੰਨਦੇ ਹਾਂ ਇਸ ਦੀ ਸਕੂਲ ਆਫ ਸਾਈਕੋਲੋਜੀ ਮੰਨਦੇ ਹਾਂ, ਤਾਂ ਇਹ ਹੈ ਦੋਸਤੋ ਗੈਸਟਾਲਟ। ਤਾਂ ਗੈਸਟਾਲਟ ਦਾ ਜਿਹੜਾ ਮਤਲਬ ਫਾਦਰ ਹੈ, ਠੀਕ ਹੈ, ਮੇਨ ਤੌਰ 'ਤੇ ਇਸ ਦੇ ਵਿੱਚ ਜੋ ਕੰਮ ਕੀਤਾ ਸੀ ਇਹ ਮੈਕਸ ਵਰਦੀਮਰ ਨੇ ਕੀਤਾ ਸੀ। ਠੀਕ ਹੈ, ਵਰਦੀਮਰ ਇੱਦਾਂ ਦੋਨੇ ਸ਼ਬਦ ਅਲੱਗ-ਅਲੱਗ ਨਾਮ ਜਿਹਦੇ ਲਿਖੇ ਮਿਲਦੇ ਨੇ। ਠੀਕ ਹੈ, ਅਤੇ ਇਹਦੇ ਤੋਂ ਬਿਨਾਂ ਇਸ ਦੇ ਮਤਲਬ ਜਿਹੜੇ ਸਪੋਰਟਰ ਸੀ ਕਹਿ ਸਕਦੇ ਹਾਂ ਗੈਸਟਾਲਟਵਾਦ ਦੇ, ਉਹ ਸੀ ਦੋਸਤੋ ਕੋਲਰ, ਕਾਫਕਾ ਅਤੇ ਕੁਰਤ। ਇਹ ਕੀ ਨੇ, ਇਸ ਦੇ ਸਪੋਰਟਰ ਨੇ। ਅੱਗੇ ਇਸ ਦੇ ਨਾਲ ਰਿਲੇਟਡ ਕੁਐਸਚਨ ਵੀ ਆਊਗਾ ਵੀ ਇਹਨਾਂ 'ਚੋਂ ਕਿਹੜਾ ਸਪੋਰਟਰ ਨਹੀਂ ਹੈਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਦੋਸਤੋ ਗੈਸਟਾਲਟਵਾਦ ਦੇ ਵਿੱਚ ਇਹ ਸਭ ਚੀਜ਼ਾਂ ਆਉਂਦੀਆਂ ਨੇ। ਇਸ ਤੋਂ ਬਿਨਾਂ ਇੱਕ ਇੰਪੋਰਟੈਂਟ ਚੀਜ਼ ਹੋਰ ਕਿ ਗੈਸਟਾਲਟਵਾਦ ਦੇ ਵਿੱਚ ਯੂਰੇਕਾ, ਠੀਕ ਹੈ, ਯੂਰੇਕਾ ਮੂਵਮੈਂਟ ਕਹਿ ਲਓ, ਸਡਨ ਸੋਲੂਸ਼ਨ ਕਹਿ ਲਓ, ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ। ਮਤਲਬ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਕੋਈ ਸਮੱਸਿਆ ਸੀ ਆਪਣੇ ਸਾਹਮਣੇ, ਆਪਾਂ ਉਸ ਸਮੱਸਿਆ ਬਾਰੇ ਇੱਕਦਮ ਪਹਿਲਾਂ ਸੋਚਣਾ ਛੱਡੇ ਦਿੱਤਾ, ਪਰ ਅਚਨਚੇਤ ਆਪਾਂ ਨੂੰ ਉਹਦਾ ਹੱਲ ਮਿਲਿਆ ਤਾਂ ਆਪਾਂ ਇੱਕਦਮ ਭੱਜ ਕੇ ਉਹ ਚੀਜ਼ 'ਤੇ ਪਹੁੰਚਦੇ ਹਾਂ। ਕਈ ਵਾਰ ਆਪਣੇ ਨਾਲ ਕੀ ਹੁੰਦਾ ਵੀ ਆਪਾਂ ਕੋਈ ਸਵਾਲ ਕੱਢ ਰਹੇ ਹਾਂ, ਉਸ ਸਵਾਲ ਦੇ ਉੱਤੇ ਆਪਾਂ ਲਗਾ ਰਹੇ ਹਾਂ ਫਾਰਮੂਲਾ, ਲੱਗੇ ਨਹੀਂ ਰਿਹਾ, ਆਨਸਰ ਹੀ ਨਹੀਂ ਆ ਰਿਹਾ, ਆਪਾਂ ਨੂੰ ਸਵਾਲ ਨੂੰ ਛੱਡਤਾ, ਪਰ ਲਾਸਟ ਦੇ ਵਿੱਚ ਆਪਾਂ ਨੂੰ ਇੱਕਦਮ ਆਇਆ ਉਹ ਸਟੈਪ ਤਾਂ ਹੀ ਹੋਣਾ ਸੀ, ਤਾਂ ਇੱਕਦਮ ਆਪਣੇ ਮਾਈਂਡ 'ਚ ਕੀ ਆਉਂਦਾ, ਸਡਨ ਸੋਲੂਸ਼ਨ ਆਉਂਦਾ ਹੈ। ਤਾਂ ਇਸ ਚੀਜ਼ ਨੂੰ ਯੂਰੇਕਾ ਮੂਵਮੈਂਟ ਕਿਹਾ ਜਾਂਦਾ ਵੀ ਆਹਾ ਆਨੰਦ ਆ ਗਿਆ। ਉਹ ਇਸ ਤਰ੍ਹਾਂ ਦਾ ਮੂਵਮੈਂਟ ਦੀ ਗੱਲ ਇਹ ਗੈਸਟਾਲਟਵਾਦ ਵਾਲੇ ਨੇ ਜਿਹੜੇ ਉਹ ਕਰਦੇ ਨੇ, ਜਿਸ ਦੇ ਵਿੱਚ ਇੰਪੋਰਟੈਂਟ ਨਾਂ ਕੋਲਰ, ਕਾਫਕਾ, ਕੁਰਤ ਅਤੇ ਮੈਕਸ ਵਰਦੀਨਰ ਦਾ ਹੈ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਦੋਸਤੋ ਆਪਾਂ ਗੱਲ ਕਰਨੀ ਆ ਜੋ ਇੰਪੋਰਟੈਂਟ ਚੀਜ਼ ਹੋਰ ਇੱਕ ਇਹ ਹੈ ਦੋਸਤੋ 6ਵੀਂ ਇਸ ਦੀ ਸ਼ਾਖਾ ਜਿਹੜੀ ਆਪਾਂ ਮੰਨਦੇ ਹਾਂ ਕੰਸਟਰਕਟਿਵਿਜ਼ਮ। ਤਾਂ ਕੰਸਟਰਕਟਿਵਿਜ਼ਮ ਦੇ ਵਿੱਚ ਰਚਨਾਵਾਦ ਕੀ ਜਿਹਨੂੰ ਆਪਾਂ ਆਖਦੇ ਹਾਂ, ਇਹਦੇ ਵਿੱਚ ਮੇਨ ਤੌਰ 'ਤੇ ਜੋ ਗੱਲ ਹੈ ਪਿਆਸੇ ਅਤੇ ਵਾਈਗੋਟਸਕੀ ਦੀ ਹੈ। ਤਾਂ ਪਿਆਜੇ ਅਤੇ ਵਾਈਗੋਟਸਕੀ ਨੇ ਜਿਹੜੇ ਉਹ ਇਸ ਦੇ ਸਪੋਰਟਰ ਨੇ। ਉਹ ਕੀ ਆਖਦੇ ਨੇ ਵੀ ਜਿਹੜਾ ਇਸ ਜਦੋਂ ਬੱਚਾ ਐਕਟਿਵ ਹੋ ਕੇ ਸਿੱਖ ਰਿਹਾ ਹੈ, ਠੀਕ ਹੈ, ਉਸ ਚੀਜ਼ ਦੀ ਗੱਲ ਇਸ ਦੇ ਵਿੱਚ ਕੀਤੀ ਜਾਂਦੀ ਹੈ। ਕੰਸਟਰਕਟ ਦਾ ਮਤਲਬ ਕੀ ਹੈ ਕਿ ਕੁਝ ਰਚਨਾ ਕਰਨ ਦੀ, ਕੁਛ ਨਵਾਂ ਕ੍ਰੀਏਟ ਕਰਨ ਦੀ ਗੱਲ ਕੀਤੀ ਜਾਂਦੀ ਹੈ।
ठीक है। तो नवा कुछ क्रिएट करने की यानी कि जी नॉलेज है उसनों कंस्ट्रक्ट करने की गल की जाती है। इस दे विच ਜਿਹੜੇ ਇਹ ਰਚਨਾਵਾਦੀ ਹੋਣਗੇ ਇਹ ਕੀ ਮੰਨਣਗੇ ਵੀ ਇਹ ਸਟੂਡੈਂਟ ਐਕਟਿਵ ਹੋਣਾ ਚਾਹੀਦਾ ਹੈ, ਮਤਲਬ ਕਿ ਜਿਹੜਾ ਟੀਚਰ ਹੈ ਉਹ ਇੱਕ ਫੈਸਿਲੀਟੇਟਰ ਦੇ ਰੂਪ ਵਿੱਚ ਬੱਚੇ ਨਾਲ ਕੰਮ ਕਰੇ, ਨਾ ਕਿ ਡਿਕਟੇਟਰ ਬਣੇ। ਇਹ ਨਾ ਹੋਵੇ ਵੀ ਮਤਲਬ ਆਪਣੀ ਤਾਨਾਸ਼ਾਹੀ ਚਲਾਈ ਚੱਲੇ ਟੀਚਰ, ਉਹਨੂੰ ਕੁੱਟੀ ਮਾਰੀ ਚੱਲੇ, ਉਹ ਸਿਰਫ ਉਹਨੂੰ ਫੈਸਿਲਿਟੀਆਂ ਦੇਵੇ ਟੀਚਰ, ਠੀਕ ਹੈ। ਤਾਂ ਫੈਸਿਲਿਟੀਆਂ ਜਦੋਂ ਦਿੱਤੀਆਂ ਗਈਆਂ ਬੱਚੇ ਨੂੰ ਤਾਂ ਉਹ ਕੀ ਕਰੇਗਾ, ਆਪਣੀ ਨੌਲੇਜ ਨੂੰ ਕੰਸਟਰਕਟ ਕਰੂਗਾ, ਆਪਣੇ ਆਪ ਪੈਦਾ ਕਰੂਗਾ ਨੌਲੇਜ ਨੂੰ, ਠੀਕ ਹੈ। ਤਾਂ ਦੇਖੋ ਜਿਵੇਂ ਉਹਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਸੀ ਵੀ ਜਿਵੇਂ ਬੱਚਾ ਮਤਲਬ ਜੌਨ ਲੌਕ ਕਿਸ ਦੀ ਗੱਲ ਕਰਦਾ ਸੀ, ਬੱਚੇ ਦਾ ਮਨ ਕੋਰੀ ਸਲੇਟ ਹੈ। ਹੁਣ ਇੱਥੇ ਆ ਕੇ ਉਲਟ ਪੈ ਗਈ ਗੱਲ, ਇਹ ਕੀ ਕਰ ਰਹੇ ਨੇ, ਕਹਿੰਦੇ ਬੱਚੇ ਦਾ ਮਨ ਕੋਰੀ ਸਲੇਟ ਕੋਈ ਨਹੀਂ ਹੈਗਾ, ਬੱਚੇ ਦੇ ਮਨ 'ਚ ਕਹਿੰਦਾ ਬਹੁਤ ਕੁਛ ਹੈ, ਮਤਲਬ ਬਹੁਤ ਕੁਛ ਬੱਚਾ ਜਨਮ ਤੋਂ ਹੀ ਆਪਣੇ ਨਾਲ ਲੈ ਕੇ ਆਇਆ ਹੈ। ਬਸ ਲੋੜ ਕੀ ਹੈ ਵੀ ਉਸ ਨੂੰ ਉਸੇ ਤਰ੍ਹਾਂ ਦਾ ਵਾਤਾਵਰਨ ਦਿਓ ਤਾਂ ਉਹ ਨੌਲੇਜ ਨੂੰ ਕੀ ਕਰੂਗਾ, ਕੰਸਟਰਕਟ ਕਰੂਗਾ। ਕੰਸਟਰਕਟ ਕਰਨ ਦੀ ਗੱਲ ਕੀ ਹੈ, ਹੁਣ ਪਿਆਜ਼ੇ ਹੈ, ਪਿਆਜ਼ੇ ਨੇ ਕੀ ਗੱਲ ਕਹਿਤੀ, ਕਹਿੰਦੇ ਬੱਚਾ ਜਿਹੜਾ ਉਹ ਕੀ ਕਰਦਾ ਹੈ, ਮਤਲਬ ਕਿ ਆਪਣੇ ਮਾਈਂਡ ਦੇ ਨਾਲ ਮਤਲਬ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰਦਾ ਨਾ ਪਿਆਜ਼ਾ, ਤਾਂ ਉਹ ਕੀ ਆਖਦਾ, ਕਹਿੰਦਾ ਕੋਗਨੀਟਿਵ ਡਿਵੈਲਪਮੈਂਟ ਮਤਲਬ ਕਿ ਆਪਣੀ ਬੁੱਧੀ ਦੇ ਬੇਸ 'ਤੇ, ਆਪਣੀ ਕਹਿ ਸਕਦੇ ਹਾਂ ਉਹ ਨੌਲੇਜ ਦੇ ਬੇਸ 'ਤੇ ਹੈ ਨਾ, ਵੀ ਉਹ ਕੀ ਕਰ ਲੂਗਾ, ਸਿੱਖ ਜੂਗਾ, ਨੌਲੇਜ ਨੂੰ ਕੰਸਟਰਕਟ ਕਰ ਲੂਗਾ। ਜਦ ਕਿ ਵਾਈਗੋਟਸਕੀ ਕੀ ਗੱਲ ਕਰਦਾ, ਕਹਿੰਦਾ ਉਹ ਸਮਾਜ ਦੇ ਵਿੱਚੋਂ ਲੈਂਗੁਏਜ ਨੂੰ ਕੀ ਕਰ ਲੂਗਾ, ਅਡੋਪਟ ਕਰ ਲੂਗਾ, ਹੈ ਨਾ, ਸਿੱਖ ਲੂਗਾ। ਤਾਂ ਇਸ ਤਰ੍ਹਾਂ ਉਹ ਇਹ ਨਹੀਂ ਮੰਨਦੇ ਵੀ ਬੱਚੇ ਜਿਹੜਾ ਉਹ ਕੋਰੀਸਲੇਟ ਹੈ, ਉਹ ਕੀ ਮੰਨਦੇ ਨੇ, ਬੱਚੇ ਦੇ ਵਿੱਚ ਬਹੁਤ ਕੁਛ ਹੈ ਪਰ ਲੋੜ ਕੀ ਹੈ ਉਸ ਚੀਜ਼ ਨੂੰ ਬਾਹਰ ਲੈ ਕੇ ਆਉਣ ਦੀ, ਮਤਲਬ ਕੰਸਟਰਕਟ ਤਾਂ ਉਹ ਆਪਣੇ ਆਪ ਕਰੂਗਾ, ਬਸ ਉਹਨੂੰ ਉਸ ਤਰ੍ਹਾਂ ਦਾ ਵਾਤਾਵਰਨ ਦੇ ਦਿਓ। ਇਸ ਤਰ੍ਹਾਂ ਕੰਸਟਰਕਟਿਵਿਜ਼ਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ। ਅਤੇ ਇੱਕ ਮੇਨ ਖਾਸ ਗੱਲ ਜੋ ਇਸ ਦੇ ਵਿੱਚ ਆ ਜਾਂਦੀ ਦੋਸਤੋ, ਇਹ ਆ ਜਾਂਦੀ ਹੈ ਕੋਗਨੀਸ਼ਨ ਦੀ। ਤਾਂ ਕੋਗਨੀਸ਼ਨ ਯਾਨੀ ਕਿ ਗਿਆਨਾਤਮਕਤਾ, ਇਸ ਦੇ ਵਿੱਚ ਕੀ ਆਉਂਦਾ ਹੈ, ਕੋਗਨੀਸ਼ਨ ਆਪਣੇ ਮਾਈਂਡ ਦੇ ਨਾਲ ਰਿਲੇਟਡ ਚੀਜ਼ ਹੈ, ਆਪਣੀ ਬੁੱਧੀ ਦੇ ਨਾਲ ਰਿਲੇਟਡ ਚੀਜ਼ ਹੈ। ਤਾਂ ਬੁੱਧੀ ਦੇ ਵਿੱਚ ਕੀ ਕੁਛ ਆ ਗਿਆ, ਜਿਵੇਂ ਕਿ ਥਿੰਕਿੰਗ, ਠੀਕ ਹੈ, ਇਹ ਵੀ ਕੋਗਨੀਸ਼ਨ ਦਾ ਹਿੱਸਾ ਨਹੀਂ। ਇਸ ਤੋਂ ਬਿਨਾਂ ਮੈਮਰੀ ਹੋਈ, ਪਰਸੈਪਸ਼ਨ ਹੋਈ, ਇਮੈਜੀਨੇਸ਼ਨ ਹੋਈ, ਲੈਂਗੁਏਜ ਹੋਈ, ਇਹ ਸਭ ਚੀਜ਼ਾਂ ਜਿਹੜੀਆਂ ਆਪਣੀ ਕੋਗਨੀਸ਼ਨ ਦੇ ਨਾਲ ਰਿਲੇਟਡ ਨੇ, ਆਪਣੇ ਗਿਆਨ ਦੇ ਨਾਲ ਰਿਲੇਟਡ ਦੋਸਤੋ ਹੈਗੀਆਂ ਨੇ, ਠੀਕ ਹੈ। ਤਾਂ ਜਿਹੜੇ ਇਹ ਕੰਸਟਰਕਟਿਵਿਜ਼ਮ ਹੈ ਇਹਦੇ ਵਿੱਚ ਕੋਗਨੀਸ਼ਨ ਦੀ ਇਹ ਗੱਲ ਕਰਦੇ ਨੇ। ਤਾਂ ਇਸ 'ਤੇ ਜੋ ਮੇਨ ਆਪਾਂ ਕਹਿ ਸਕਦੇ ਹਾਂ ਕਿ ਸਪੋਰਟਰ ਨੇ ਉਹ ਪਿਆਜ਼ੇ ਅਤੇ ਵਾਈਗੋਟਸਕੀ ਨੂੰ ਆਪਾਂ ਮੰਨਦੇ ਹਾਂ। ਤਾਂ ਇਸ ਤਰੀਕੇ ਨਾਲ ਇਹ ਤਾਂ ਆਪਾਂ ਨੇ ਦੋਸਤੋ ਗੱਲ ਕਰ ਲਈ ਹੈ। ਲਾਸਟ ਵਿੱਚ ਆਪਾਂ ਗੱਲ ਕਰਦੇ ਹਾਂ ਦੋਸਤੋ ਇੱਕ ਹੋਰ ਇਸ ਦਾ ਸਕੋਲ ਮੰਨਿਆ ਜਾਂਦਾ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇਹਦੀ ਇੱਕ ਸ਼ਾਖਾ ਮੰਨੀ ਜਾਂਦੀ ਹੈ, ਇਹ ਹੈ ਦੋਸਤੋ ਮਾਨਵਤਾਵਾਦ, ਯਾਨੀ ਕਿ ਹਿਊਮਨਿਸਟਿਕ, ਠੀਕ ਹੈ। ਇਸ ਦੇ ਵਿੱਚ ਇਸ ਦੇ ਮੇਨ ਸਪੋਰਟਰ ਨੇ ਜਿਹੜੇ ਉਹ ਕਾਰਲ ਰੋਜਰ, ਠੀਕ ਹੈ। ਇਸ ਤੋਂ ਬਿਨਾਂ ਅਬਰਾਹਿਮ ਮੈਸਲੋ ਹੋਇਆ, ਆਰਥਰ ਕਮਸ ਹੋਇਆ, ਇਹ ਇਸ ਦੇ ਮੇਨ ਸਪੋਰਟਰ ਨੇ, ਠੀਕ ਹੈ। ਮਤਲਬ ਆਪਾਂ ਮੇਨ ਦੇ ਨਾਮ ਗਿਣਿਆ ਰਹੇ ਹਾਂ, ਸਪੋਰਟਰ ਤਾਂ ਬਹੁਤ ਹੋਣੇ ਹੈ ਨਾ, ਪਰ ਆਪਾਂ ਮੇਨ ਜਿਹੜਾ ਟੂ ਦਾ ਪੁਆਇੰਟ ਗੱਲ ਕਰ ਰਹੇ ਹਾਂ ਵੀ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕੀ ਚੀਜ਼ਾਂ ਇੰਪੋਰਟੈਂਟ ਨੇ। ਤਾਂ ਇਸ ਤਰੀਕੇ ਨਾਲ ਇਹ ਇਸ ਦੀ 7ਵੀਂ ਸ਼ਾਖ ਹੈ, ਜਿਸ ਦੇ ਵਿੱਚ ਇਹ ਮੰਨਦੇ ਨੇ ਸਪਿਰਿਚੁਅਲਿਟੀ ਦੀ ਗੱਲ ਕਰਦੇ ਨੇ, ਮਾਨਵਤਾ ਦੀ ਗੱਲ ਕਰਦੇ ਨੇ। ਜਿਵੇਂ ਮੈਸਲੋ ਹੈ ਉਹ ਕੀ ਗੱਲ ਕਰੂਗਾ, ਮੋਟੀਵੇਸ਼ਨ ਦੀ ਗੱਲ ਕਰੂਗਾ ਵੀ ਮੋਟੀਵੇਸ਼ਨ ਦੇ ਥਰੂ ਸਿੱਖਦੇ ਹਾਂ। ਮੋਟੀਵੇਸ਼ਨ ਕਿੱਥੋਂ ਆਉਂਦਾ, ਕਹਿੰਦਾ ਪਹਿਲਾਂ ਫਿਜ਼ੀਓਲੋਜੀਕਲ ਲੋੜਾਂ ਨੇ, ਆਪਣੀਆਂ ਸਰੀਰਕ ਲੋੜਾਂ ਨੇ, ਫਿਰ ਆਪਾਂ ਸੁਰੱਖਿਆ ਭਾਲਦੇ ਹਾਂ, ਫਿਰ ਉਸ ਦੇ ਬੇਸ 'ਤੇ ਆਪਾਂ ਸਿੱਖਦੇ ਹਾਂ। ਤਾਂ ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਜੋ ਆਪਾਂ ਆਉਣ ਵਾਲੇ ਸਮੇਂ 'ਚ ਡਿਸਕਸ ਕਰਾਂਗੇ। ਤਾਂ ਦੋਸਤੋ ਇਸ ਤਰੀਕੇ ਨਾਲ ਆਪਾਂ ਨੇ ਜਿਹੜੇ ਇਸ 'ਤੇ ਇਹ 7 ਸਕੂਲ ਬਣਦੇ ਸੀ, ਸਕੂਲਸ ਆਫ ਸਾਈਕੋਲੋਜੀ, ਤਾਂ ਇਹ 7 ਆਪਾਂ ਨੇ ਡਿਸਕਸ ਦੋਸਤੋ ਕਰ ਲਏ ਨੇ। ਇਸ ਦੀਆਂ 7 ਸ਼ਾਖਾਵਾਂ ਜਿਹੜੀਆਂ ਇਹ ਆਪਾਂ ਨੇ ਡਿਸਕਸ ਕਰ ਲਈਆਂ। ਇਹਨਾਂ ਦੇ ਮਤਲਬ ਫਾਦਰ ਇੰਪੋਰਟੈਂਟ ਨੇ, ਫਾਦਰ ਅਤੇ ਸਪੋਰਟਰ ਕਿਹੜੇ ਨੇ, ਇਹ ਚੀਜ਼ਾਂ ਇੰਪੋਰਟੈਂਟ ਨੇ ਇਹਦੇ 'ਚ, ਇਹ ਚੀਜ਼ਾਂ ਧਿਆਨ ਦੇ 'ਚ ਰੱਖਿਓ। ਲਓ ਜੀ ਆ ਗਏ ਹੁਣ ਕੁਐਸਚਨ ਐਂਡ ਆਨਸਰ। ਤਾਂ ਇਹ ਕੁਐਸਚਨ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਤੁਹਾਨੂੰ ਟਫ ਲੱਗਦਾ ਸੀ ਜਾਂ ਨਹੀਂ, ਪਰ ਹੁਣ ਈਜ਼ੀ ਬਹੁਤ ਲੱਗੂਗਾ, ਮੇਰੀ ਇਹ ਗਰੰਟੀ ਹੈ, ਠੀਕ ਹੈ। ਤਾਂ ਕੀ ਹੈ, ਆਊਟ ਆਫ ਲਿਵਿੰਗ ਸਾਈਕੋਲੋਜਿਸਟਸ ਹੂ ਇਜ਼ ਨਾਟ ਰਿਲੇਟਡ ਟੂ ਗੈਸਟਾਲਟਲਿਜ਼ਮ। ਤਾਂ ਗੈਸਟਾਲਟਲਿਜ਼ਮ ਦੇ ਨਾਲ ਰਿਲੇਟਡ ਕਿਹੜਾ ਨਹੀਂ ਹੈਗਾ ਦੋਸਤੋ, ਤਾਂ ਦੇਖੋ ਕੋਲਰ, ਕੋਫਕਾ ਪੜ੍ਹ ਕੇ ਹੀ ਹਟੀਆਂ ਆਪਾਂ, ਵਰਦੀਮਰ ਪੜ੍ਹ ਕੇ ਤਾਂ ਹਟੀਆਂ। ਤਾਂ ਕ੍ਰੈਸ਼ਮਰ ਹੈ ਜਿਹੜਾ ਇਹ ਇਸ ਦੇ ਨਾਲ ਰਿਲੇਟਡ ਨਹੀਂ ਹੈਗਾ, ਇਹਨਾਂ ਨੇ ਨੋਟ ਪੁੱਛਿਆ ਸੀ ਦੋਸਤੋ, ਤਾਂ ਇਸ ਕਰਕੇ ਆਪਾਂ ਇਹ ਹੀ ਇਸ ਦੇ ਵਿੱਚੋਂ ਸਿਲੈਕਟ ਕਰਨਾ ਸੀ। ਕਿੰਨਾ ਈਜ਼ੀ ਹੋ ਗਿਆ ਕੁਐਸਚਨ ਜੀ ਅੱਜ ਦੀ ਕਲਾਸ ਤੁਸੀਂ ਧਿਆਨ ਨਾਲ ਲਗਾਈ ਹੈ। ਇਸ ਤੋਂ ਬਿਨਾਂ ਦੋਸਤੋ ਆਪਾਂ ਨੈਕਸਟ ਕੁਐਸਚਨ ਪੜ੍ਹਾਂਗੇ, ਦੇਖਿਓ ਤੁਸੀਂ ਆਨੰਦ ਆਊਗਾ ਪੂਰਾ। ਆਊਟ ਆਫ ਫੋਲੋਇੰਗ ਵਿਚ ਸਾਈਕੋਲੋਜਿਸਟਸ ਵਾਜ਼ ਨਾਟ ਸਪੋਰਟਰ ਆਫ ਹਿਊਮਨਿਸਟ ਸਾਈਕੋਲੋਜੀ। ਹਿਊਮਨਿਸਟ ਵਾਲਾ 7th ਪੁਆਇੰਟ ਸੀ, ਆਪਾਂ ਲਾਸਟ ਦੇ ਵਿੱਚ ਹੁਣੇ ਪੜ੍ਹਿਆ ਸੀ। ਹਿਊਮਨਿਸਟ ਸਾਈਕੋਲੋਜੀ ਦੇ ਸਪੋਰਟਰ ਕਿਹੜਾ ਨਹੀਂ ਹੈਗਾ, ਇਹਨਾਂ 'ਚੋਂ ਨਹੀਂ ਪੁੱਛਿਆ ਇਹਨਾਂ ਨੇ ਵੀ ਨਹੀਂ ਹੈਗਾ। ਫਰਾਇਡ ਤਾਂ ਆਪਾਂ ਨੇ ਕਰ ਜੇ ਪੜ੍ਹਿਆ, ਸਾਈਕੋ ਐਨਾਲਿਸਿਸ 'ਚ ਪੜ੍ਹਿਆ ਸੀ, ਤਾਂ ਉਹ ਹਿਊਮਨਿਸਟਿਕ ਸਾਈਕੋਲੋਜੀ ਦਾ ਸਪੋਰਟਰ ਨਹੀਂ ਹੈਗਾ। ਪਹਿਲੀ ਆਪਸ਼ਨ ਹੀ ਸਾਡਾ ਰਾਈਟ ਆਨਸਰ ਹੋ ਗਈ। ਬਾਕੀ ਆਪਸ਼ਨਾਂ ਡਿਸਕਸ ਕਰ ਲੈਣੇ। ਮੈਸਲੋ ਪੜ੍ਹੇ ਕਿ ਨਹੀਂ ਪੜ੍ਹਿਆ 7ਵੇਂ ਪੁਆਇੰਟ 'ਚ, ਰੋਜ਼ਰ ਪੜ੍ਹਿਆ ਕਿ ਨਹੀਂ ਪੜ੍ਹਿਆ, ਕਮਸ ਪੜ੍ਹਿਆ ਕਿ ਨਹੀਂ ਪੜ੍ਹਿਆ, ਸਾਰੇ ਇਹ ਕੀ ਨੇ, ਹਿਊਮਨਿਸਟ ਸਾਈਕੋਲੋਜੀ ਦੇ ਸਪੋਰਟਰ ਹੈਗੇ ਨੇ, ਸਿਰਫ ਫਰਾਇਡ ਨੂੰ ਛੱਡ ਕੇ। ਤੇ ਇਹਨਾਂ ਨੇ ਨਹੀਂ ਹੀ ਪੁੱਛਿਆ ਸੀ, ਤਾਂ ਆਪਣੇ ਪਹਿਲੀ ਆਪਸ਼ਨ ਹੀ ਦੋਸਤੋ ਸਿਲੈਕਟ ਕਰ ਲਈ ਹੈ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਡਿਸਕਸ ਕਰਦੇ ਹਾਂ, ਵਿਚ ਆਫ ਫੋਲੋਇੰਗ ਸਾਈਕੋਲੋਜਿਸਟਸ ਇਜ਼ ਨਾਟ ਸਪੋਰਟਰ ਆਫ ਵਿਊਜ਼ ਅਬਾਊਟ ਸਾਈਕੋਲੋਜੀ ਐਜ ਏ ਸਾਇੰਸ ਆਫ ਸੋਲ। ਸਟਾਰਟਿੰਗ ਦੇ ਵਿੱਚ ਬਿਲਕੁਲ ਸ਼ੁਰੂ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ
ਕਿ ਆਤਮਾ ਦਾ ਅਧਿਐਨ, ਠੀਕ ਹੈ, ਪੜ੍ਹਿਆ ਸੀ ਨਾ ਆਪਾਂ ਨੇ ਸਟੱਡੀ ਆਫ ਸੋਲ, ਕਿਤੇ ਭੁੱਲ ਤਾਂ ਨਹੀਂ ਗਏ। ਹੁਣ ਤੁਸੀਂ ਖੁਦ ਇਸ ਦਾ ਆਨਸਰ ਜਿਹੜਾ ਉਹ ਫਾਈਂਡ ਆਊਟ ਕਰ ਸਕਦੇ ਹੋ। ਦੇਖੋ ਸਿੰਪਲ ਜੀ ਗੱਲ ਹੈ, ਪਲੈਟੋ ਨੇ, ਅਰਿਸਟੋਟਲ ਨੇ, ਡਿਸਕਾਰਟ ਨੇ, ਇਹਨਾਂ ਸਭ ਨੇ ਕੀ ਕੀਤੀ ਹੈ, ਸਪੋਰਟ ਕੀਤੀ ਹੈ। ਤੇ ਇਹਨਾਂ ਨੇ ਪੁੱਛਿਆ ਨੋਟ, ਤਾਂ ਬੁੰਟ ਨੇ ਨਾ ਕੀਤੀ, ਬੁੰਟ ਨੇ ਨਹੀਂ ਨਾ ਇਹਦੀ ਸਪੋਰਟ ਕੀਤੀ, ਤਾਂ ਇਹੀ ਤਾਂ ਆਪਾਂ ਨੇ ਆਪਸ਼ਨ ਸਿਲੈਕਟ ਕਰਨੀ ਸੀ। ਇਸ ਤੋਂ ਬਿਨਾਂ ਜਿਹੜਾ ਨੋਟ ਵਾਲਾ ਕੁਐਸਚਨ ਹੁੰਦਾ ਦੋਸਤੋ, ਇਹ ਤੁਹਾਡੀ ਸਾਰੀ ਨੌਲੇਜ ਪਰਖ ਲੈਂਦਾ, ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ, ਲਓ ਆ ਗਿਆ, ਡਾਇਰੈਕਟ ਆ ਗਿਆ ਦੋਸਤੋ, ਬਲੈਕ ਬਾਕਸ ਥਿਊਰੀ। ਕੁਐਸਚਨ ਬਣਨ ਦੀ ਲੋੜ ਹੀ ਨਹੀਂ, ਬਲੈਕ ਬਾਕਸ ਥਿਊਰੀ ਦੱਸ ਦਿਓ ਆਪਾਂ ਨੇ ਕਿਹੜੇ 'ਚ ਡਿਸਕਸ ਕੀਤੀ ਸੀ, ਤਾਂ ਇਹ ਆਪਾਂ ਨੇ ਕੀਤੀ ਸੀ ਬਿਹੇਵੀਅਰਿਜ਼ਮ ਦੇ ਵਿੱਚ। ਆਪਸ਼ਨ ਏ ਸਾਡਾ ਦੋਸਤੋ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇੱਦਾਂ ਕੁਐਸਚਨ ਨੇ ਜਿਹੜੇ ਉਹ ਮਤਲਬ ਆਪਾਂ ਸੋਲਵ ਕਰਿਆ ਕਰਾਂਗੇ ਜਦੋਂ ਪੂਰੀ ਕਲਾਸ ਨੂੰ ਤੁਸੀਂ ਧਿਆਨ ਦੇ ਨਾਲ ਸਮਝਿਆ ਕਰੋਗੇ, ਠੀਕ ਹੈ ਜੀ। ਕਲਾਸ ਨੂੰ ਵੀ ਤੁਸੀਂ 2 ਦੀ ਸਪੀਡ 'ਤੇ ਲੰਘਾਤਾ ਫਿਰ ਉਹਦਾ ਕੋਈ ਫਾਇਦਾ ਨਹੀਂ। ਕਲਾਸ ਨੂੰ ਨੋਰਮਲ ਸਪੀਡ ਦੇ ਉੱਤੇ ਦੇਖਿਆ ਕਰੋ, ਟਾਈਮ ਵੱਧ ਲੱਗ ਜਾਓ ਕੋਈ ਦਿੱਕਤ ਨਹੀਂ, ਠੀਕ ਹੈ, ਪਰ ਨੋਰਮਲ ਸਪੀਡ ਦੇ ਉੱਤੇ ਦੇਖਿਆ ਕਰੋ। ਅਤੇ ਨਾਲ ਦੀ ਨਾਲ ਜਿਹੜੀ ਚੀਜ਼ ਨਾ ਪਤਾ ਲੱਗੇ ਉਹਨੂੰ ਰਿਪੀਟ ਕਰਕੇ ਦੇਖੋ, ਕਨਸੈਪਟ ਕੱਢੋ ਪਹਿਲਾਂ ਆਪਣੇ ਮਨ 'ਚੋਂ, ਪੂਰਾ ਕਨਸੈਪਟ ਨੂੰ ਕਲੀਅਰ ਕਰੋ, ਡਾਟਸ ਨੂੰ ਕੱਢੋ, ਕਨਸੈਪਟ ਨੂੰ ਤਾਂ ਲੈ ਕੇ ਆਉਣਾ ਹੈ, ਡਾਟਸ ਨੂੰ ਮਨ 'ਚੋਂ ਕੱਢੋ ਅਤੇ ਕਨਸੈਪਟ ਨੂੰ ਲੈ ਕੇ ਆਓ। ਅਤੇ ਫਿਰ ਇਹ ਕੁਐਸਚਨ ਤਾਂ ਕੁਛ ਵੀ ਨਹੀਂ ਜੀ, ਇਹ ਤਾਂ ਖੇਡ ਬਣ ਜਾਂਦੇ ਨੇ ਇੱਕ। ਨੈਕਸਟ ਹੈ ਵਿਚ ਆਫ ਫੋਲੋਇੰਗ ਸਾਈਕੋਲੋਜੀ ਸਟੱਡੀਜ਼ ਅਬਾਊਟ ਮੈਨਜ਼ ਥਿੰਕਿੰਗ, ਮੈਮਰੀ, ਲੈਂਗੁਏਜ, ਪਰਸੈਪਸ਼ਨ। ਥਿੰਕਿੰਗ, ਮੈਮਰੀ, ਲੈਂਗੁਏਜ ਸਾਰੀਆਂ ਚੀਜ਼ਾਂ ਆਪਾਂ ਨੇ ਕੋਗਨੀਸ਼ਨ ਦੇ ਵਿੱਚ ਤਾਂ ਪੜ੍ਹੀਆਂ ਸੀ, ਤਾਂ ਕੋਗਨੀਟਿਵ ਸਾਈਕੋਲੋਜੀ ਸਾਡਾ ਰਾਈਟ ਆਨਸਰ ਹੋ ਜਾਊਗਾ। ਤਾਂ ਆਪਸ਼ਨ ਸੈਕਿੰਡ ਦੋਸਤੋ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਊਗਾ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਚੀਜ਼ਾਂ ਡਿਸਕਸ ਕਰਨੀਆਂ ਹੁੰਦੀਆਂ ਨੇ। ਨੈਕਸਟ ਆ ਗਿਆ, ਹੂ ਵਾਜ਼ ਦਾ ਪ੍ਰੋਫਾਊਂਡਰ ਆਫ ਸਟਰਕਚਰਲਿਜ਼ਮ। ਤਾਂ ਸਟਰਕਚਰ ਦੀ ਗੱਲ ਕਿਹੜਾ ਕਰਦਾ ਸੀ, ਸੰਰਚਨਾ ਦੀ ਗੱਲ ਕੌਣ ਕਰਦਾ ਸੀ, ਤਾਂ ਸੰਰਚਨਾ ਦੀ ਗੱਲ ਕੌਣ ਕਰਦਾ ਸੀ, ਇਹ ਤਾਂ ਵੁੰਟ ਸੀ। ਤਾਂ ਵਿਲੀਅਮ ਵੁੰਟ ਸਾਡਾ ਦੋਸਤੋ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਨਾਮ ਦੇਖੋ ਇਹਨਾਂ ਨੇ ਕਿਵੇਂ ਪਾਏ ਨੇ, ਵਿਲੀਅਮ ਫਲਾਣਾ, ਵਿਲੀਅਮ ਫਲਾਣਾ, ਵਿਲੀਅਮ ਫਲਾਣਾ। ਤਾਂ ਹੰਟ ਵੰਟ ਸਾਰੇ ਮਤਲਬ ਕਨਫਿਊਜ਼ ਕਰਨ ਦੇ ਲਈ, ਪਰ ਤੁਸੀਂ ਕਨਫਿਊਜ਼ ਨਹੀਂ ਨਾ ਹੋਣਾ ਕਿਉਂਕਿ ਤੁਸੀਂ ਸਟੱਡੀ ਫਾਈਟਰ ਦੀ ਕਲਾਸ ਜੋ ਲਗਾਈ ਹੈ। ਤਾਂ ਬੁੰਟ ਸਾਡਾ ਰਾਈਟ ਆਨਸਰ ਦੋਸਤੋ ਹੋ ਜਾਏਗਾ। ਬਸ ਇੰਨੀ ਚੀਜ਼ ਜੇ ਤੁਹਾਨੂੰ ਆਉਂਦੀ ਸੀ, ਅਗਲੀ ਆਪਸ਼ਨ ਨੂੰ ਕੌਣ ਦੇਖਦਾ ਹੈ, ਠੀਕ ਹੈ, ਵਿਲੀਅਮ ਹੈ ਕਿ ਵਿਲੀਅਮ ਹੈ, ਕੋਈ ਨਹੀਂ ਦੇਖਦਾ। ਤਾਂ ਦੇਖੋ ਵਿਲੀਅਮ ਵੁੰਟ ਇਸ ਦਾ ਰਾਈਟ ਆਨਸਰ ਦੋਸਤੋ ਹੋ ਜਾਵੇਗਾ। ਆਪਸ਼ਨਾਂ ਬਹੁਤ ਕਸੂਤੀਆਂ ਪਾਈਆਂ ਹੋਈਆਂ ਸੀ, ਇਹਨਾਂ ਤੁਸੀਂ ਨੇ ਬਚਣਾ ਸੀ। ਤਾਂ ਪ੍ਰੋਫਾਊਂਡਰ ਪੁੱਛ ਲੈਣ, ਫਾਦਰ ਪੁੱਛ ਲੈਣ, ਉਹ ਸੇਮ ਚੀਜ਼ ਹੋ ਗਈ ਵੀ ਕਿਹਨੇ ਇਹ ਫਾਊਂਡ ਕੀਤਾ ਹੈ ਨਾ, ਤਾਂ ਪ੍ਰੋਫਾਊਂਡਰ ਕਹਿ ਲਓ। ਤਾਂ ਇਸੇ ਚੀਜ਼ਾਂ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਿਆ ਕਰੋ। ਪ੍ਰੋਫਾਊਂਡਰ ਆਫ ਫੰਕਸ਼ਨਲਿਜ਼ਮ, ਲਓ ਫੇਰ ਆ ਗਿਆ ਪ੍ਰੋਫਾਊਂਡਰ ਆਫ ਫੰਕਸ਼ਨਲਿਜ਼ਮ। ਤਾਂ ਇਹ ਵਿਲੀਅਮ ਜੇਮਸ ਹੋ ਜਾਵੇਗਾ। ਵਿਲੀਅਮ ਹੈ ਉਹ ਵਿਲੀਅਮ ਹੈ, ਠੀਕ ਹੈ, ਚੀਜ਼ ਥੋੜ੍ਹਾ ਜਿਹਾ ਧਿਆਨ ਰੱਖਿਓ, ਵਿਲੀਅਮ ਜੇਮਸ। ਆਪਸ਼ਨ ਫਸਟ ਸਾਡਾ ਇਸ ਦੇ ਰਾਈਟ ਆਨਸਰ ਦੋਸਤੋ ਹੋ ਜਾਵੇਗਾ। ਇਸ ਤੋਂ ਬਿਨਾਂ ਇੱਕ ਗੱਲ ਹੋਰ, ਹੁਣ ਤੁਸੀਂ ਵਾਟਸਨ ਨੂੰ ਦੇਖ ਕੇ ਸਮਝ ਗਏ ਵੀ ਵਾਟਸਨ ਤਾਂ ਬਿਹੇਵੀਅਰਿਜ਼ਮ ਦੀ ਗੱਲ ਕਰਦਾ ਹੈ, ਸਮਝ ਗਏ ਨਾ। ਇੱਦਾਂ ਤੁਸੀਂ ਇਹਨਾਂ ਨੂੰ ਸਮਝਿਆ ਕਰੋਗੇ। ਜੇ ਹੁਣ ਤੁਸੀਂ ਇੱਥੇ ਜੇਮਸ ਹੈ, ਤੁਸੀਂ ਜੇਮਸ ਵਾਲੀ ਆਪਸ਼ਨ 'ਤੇ ਤਾਂ ਕਾਟਾ ਮਾਰ ਦੋਗੇ, ਕਿਉਂ, ਕਿਉਂਕਿ ਤੁਸੀਂ ਨੇ ਸਮਝ ਲਿਆ, ਤੁਸੀਂ ਇਹ ਕੀ ਸਮਝ ਲਿਆ ਵੀ ਜੇਮਸ ਤਾਂ ਜਿਹੜਾ ਉਹ ਫੰਕਸ਼ਨ ਦੀ ਗੱਲ ਕਰੂਗਾ। ਜਦ ਤੁਸੀਂ ਨੇ ਸਾਰੀਆਂ ਚੀਜ਼ਾਂ ਸਮਝ ਲਈਆਂ ਨਾ, ਆਪਸ਼ਨਾਂ ਵੀ ਡਿਲੀਟ ਕਰਨੀ ਤੁਸੀਂ ਸਿੱਖ ਜਾਓਗੇ। ਤਾਂ ਦੋਸਤੋ ਇਸ ਤਰੀਕੇ ਨਾਲ ਆਪਾਂ ਨੇ ਅੱਜ ਕੁਝ ਕੁਐਸਚਨ ਡਿਸਕਸ ਕੀਤੇ ਨੇ, ਟੌਪਿਕ ਡਿਸਕਸ ਕੀਤਾ ਹੈ। ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਨਾਲ ਦੀ ਨਾਲ ਇਹ ਜੋ PDF ਹੈ ਅਸੀਂ ਟੈਲੀਗ੍ਰਾਮ ਗਰੁੱਪ 'ਤੇ ਸ਼ੇਅਰ ਕਰ ਦੇਵਾਂਗੇ, ਠੀਕ ਹੈ। ਪਲੀਜ਼ ਵਾਰ-ਵਾਰ ਨਾ ਕਿਹਾ ਕਰੋ, ਇੱਕ ਵਾਰ ਸ਼ੇਅਰ ਹੋ ਜੇ ਤਾਂ ਉੱਥੇ ਜਾ ਕੇ ਫਾਈਲਸ ਦੇ ਵਿੱਚੋਂ ਡਾਊਨਲੋਡ ਕਰ ਲਿਆ ਕਰੋ, ਠੀਕ ਹੈ। ਸਟੱਡੀ ਫਾਈਟਰ ਦਾ ਇੱਕ ਆਪਣਾ ਟੈਲੀਗ੍ਰਾਮ ਦੇ ਉੱਤੇ ਗਰੁੱਪ ਬਣਿਆ ਹੋਇਆ, ਉਹ ਗਰੁੱਪ ਜੁਆਇਨ ਕਰੋ। ਟੈਲੀਗ੍ਰਾਮ ਦੇ ਉੱਤੇ ਮਤਲਬ ਪੁਰਾਣੀਆਂ PDFs ਵੀ ਇੱਦਾਂ ਹੀ ਪਈਆਂ ਹੁੰਦੀਆਂ ਨੇ, ਉੱਥੇ ਤੋਂ ਜਾ ਕੇ ਡਾਊਨਲੋਡ ਕਰਿਆ ਕਰੋ। ਵਾਰ-ਵਾਰ ਸ਼ੇਅਰ ਨਹੀਂ ਕਰਨੀਆਂ ਹੁੰਦੀਆਂ ਆਪਾਂ ਨੇ, ਟੈਲੀਗ੍ਰਾਮ 'ਤੇ ਸ਼ੇਅਰ ਕਰਨ ਦਾ ਇਹੀ ਮੀਨਿੰਗ ਦੋਸਤੋ ਹੁੰਦਾ ਹੈ। ਤਾਂ ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ।